ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 128 ਤੇ ਹੇਠੋਂ 7ਵੀਂ ਪੰਗਤੀ ਹੈ। ਮਾਝ ਮਹਿਲਾ ਤੀਜਾ। ਤੀਸਰੇ ਪਾਤਸ਼ਾਹ ਮਾਝ ਰਾਗ ਰਾਹੀਂ ਫਰਮਾਨ ਕਰਦੇ ਹਨ। ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੇ ਸੋ ਪੰਡਿਤ ਹੋਈ। ਆਪ ਧਰੈ ਸਗਲੇ ਕੁਲ ਧਾਰੈ, ਹਰ ਨਾਮ ਮਨ ਵਸਾਵਣਿਆ। ਤੀਸਰੇ ਪਾਤਸ਼ਾਹ ਨਿਰਗੁਣ। ਪਰਮਾਤਮਾ ਜਿਹੜਾ ਹੈ ਉਹ ਨਿਰਗੁਣ ਵੀ ਹੈ। ਨਿਰਗੁਣ ਦਾ ਮਤਲਬ ਉਹ ਦਿਖਾਈ ਨਹੀਂ ਦਿੰਦਾ, ਇਨ ਅੱਖਾਂ ਨਾਲ ਦਿਸਦਾ ਨਹੀਂ। ਸਰਗੁਣ ਵੀ ਹੈ। ਜੋ ਕੁਛ ਪਰਮਾਤਮਾ ਨੇ ਬਣਾਇਆ ਹੈ ਉਹ ਪਰਮਾਤਮਾ ਦਾ ਹੀ ਰੂਪ ਹੈ। ਗੁਰਬਾਣੀ ਕਹਿੰਦੀ ਜੋ ਦੀਸੈ ਸੋ ਤੇਰਾ ਰੂਪ। ਜੋ ਇਨ ਅੱਖਾਂ ਨਾਲ ਦਿਸ ਰਿਹਾ ਹੈ ਉਹ ਉਹਦਾ ਸਰਗੁਣ ਸਰੂਪ ਹੈ। ਜਿਹੜਾ ਇਨ ਅੱਖਾਂ ਨਾਲ ਨਹੀਂ ਦਿਸਦਾ ਉਹ ਉਹਦਾ ਨਿਰਗੁਣ ਸਰੂਪ ਹੈ। ਨਿਰਗੁਣ ਸਰਗੁਣ ਆਪੇ ਸੋਈ। ਪਰਮਾਤਮਾ ਆਪ ਹੀ ਨਿਰਗੁਣ ਹੈ, ਆਪ ਹੀ ਸਰਗੁਣ ਹੈ। ਉਹ ਸੂਖਮ ਵਿੱਚ ਵੀ ਆਪ ਹੈ ਅਤੇ ਉਹ ਸਥੂਲ ਵੀ ਆਪ ਹੈ। ਤਤ ਪਛਾਣੇ ਸੋ ਪੰਡਿਤ ਹੋਈ। ਪੰਡਿਤ ਵਿਦਵਾਨ ਨੂੰ ਕਹਿੰਦੇ ਨੇ। ਤਤ ਦੀ ਅਸਲੀਅਤ। ਜਿਹੜਾ ਅਸਲੀਅਤ ਨੂੰ ਜਾਣ ਲੈਂਦਾ ਹੈ, ਭਾਵ ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ ਹੈ ਉਹ ਪੰਡਿਤ ਹੁੰਦਾ, ਉਹਨੂੰ ਵਿਦਵਾਨ ਕਿਹਾ ਜਾਂਦਾ ਹੈ। ਫਿਰ ਇਹੋ ਜਿਹਾ ਬੰਦਾ ਜਿਹੜਾ ਰੱਬ ਨੂੰ ਜਾਣ ਲੈਂਦਾ, ਆਪ ਧਰੈ ਸਗਲੇ ਕੁਲ ਧਾਰੈ, ਹਰ ਨਾਮ ਮਨ ਵਸਾਵਣਿਆ। ਉਹ ਫਿਰ ਵਿਅਕਤੀ ਹਰੀ ਦੇ ਨਾਮ ਨੂੰ ਮਨ 'ਚ ਵਸਾ ਲੈਂਦਾ ਹੈ। ਜਦੋਂ ਆਪਾਂ ਬੜਾ ਸਮਾਂ ਨਾਮ ਜਪਦੇ ਰਹੀਏ, ਵਾਹਿਗੁਰੂ 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 ਕਰਦੇ ਰਹੀਏ, ਫਿਰ ਕਾਫੀ ਸਮੇਂ ਬਾਅਦ ਇਹ ਪਰਮਾਤਮਾ ਨਾਮ ਮਨ 'ਚ ਵਸ ਜਾਂਦਾ। ਜਦੋਂ ਮਨ 'ਚ ਵਸਦਾ ਫਿਰ ਇਹ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਮੂੰਹ 'ਚੋਂ ਨਿਕਲੀ ਜਾਂਦਾ। ਸੋ ਫਿਰ ਇਹੋ ਜਿਹਾ ਵਿਅਕਤੀ ਜੋ ਹਰੀ ਦੇ ਨਾਮ ਨੂੰ ਮਨ 'ਚ ਵਸਾ ਲੈਂਦਾ ਹੈ ਉਹ ਆਪ ਵੀ ਤਰਦਾ, ਸਗਲੇ ਕੁਲ ਧਾਰੈ। ਸਾਰੀਆਂ ਕੁਲਾਂ ਨੂੰ ਵੀ ਤਰ ਦਿੰਦਾ, ਭਾਵ ਆਪਣੇ ਸਾਰੇ ਖਾਨਦਾਨ ਨੂੰ ਵੀ ਤਰ ਦਿੰਦਾ। ਹੋਂ ਵਾਰੀ ਜੀਓ ਵਾਰੀ, ਹਰ ਰਸ ਚਖ ਸਾਧ ਪਾਵਣਿਆ। ਹਰ ਰਸ ਚਾਖੈ ਸੇ ਜਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਰਹਾਉ। ਹੋਂ ਵਾਰੀ ਜੀਓ ਵਾਰੀ। ਮੈਂ ਆਪਣੀ ਜਿੰਦ ਵਾਰਦਾ ਹਾਂ। ਕਿਸ ਤੋਂ? ਹਰ ਰਸ ਚਖ ਸਾਧ ਪਾਵਣ। ਜਿਹਨੇ ਹਰੀ ਰਸ ਭਾਵ ਨਾਮ ਰਸ ਨੂੰ ਚਖਿਆ ਅਤੇ ਫਿਰ ਇਹਨੂੰ ਸਵਾਦ ਲੱਗਾ। ਚੱਖਣ ਤੋਂ ਬਾਅਦ ਹੀ ਪਤਾ ਲੱਗਦਾ ਕੌੜਾ ਹੈ, ਮਿੱਠਾ ਹੈ, ਖੱਟਾ ਹੈ, ਨਮਕੀਨ ਹੈ, ਬਕਬਕਾ ਹੈ। ਆਪਾਂ ਨਾਮ ਜਪੀ ਜਾਈਏ ਫਿਰ ਪਤਾ ਲੱਗਦਾ ਵੀ ਹਾਂ ਵਿੱਚ ਤਾਂ ਬੜਾ ਰਸ ਹੈ, ਬੜਾ ਆਨੰਦ ਹੈ। ਫਿਰ ਜਿਹੜਾ ਨਾਮ ਰਸ ਨੂੰ ਚਖ ਲੈਂਦਾ ਹੈ ਉਹਨੂੰ ਫਿਰ ਇਹਦੇ ਸਵਾਦ ਦਾ ਪਤਾ ਲੱਗਦਾ ਵੀ ਇਹ ਤਾਂ ਬਹੁਤ ਸਵਾਦ ਹੈ, ਕਿਉਂਕਿ ਉਹਨੂੰ ਨਾਮ ਜਪਣ 'ਚ ਆਨੰਦ ਆ ਰਿਹਾ ਹੈ। ਹਰ ਰਸ ਚਾਖੈ ਸੇ ਜਨ ਨਿਰਮਲ। ਜਿਹੜੇ ਅਸੀਂ ਇਸ ਹਰੀ ਰਸ ਨੂੰ ਭਾਵ ਨਾਮ ਰਸ ਨੂੰ ਚਖ ਲੈਂਦੇ ਨੇ, ਸੇ ਜਨ ਨਿਰਮਲ, ਉਹ ਵਿਅਕਤੀ ਨਿਰਮਲ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ। ਫਿਰ ਉਹ ਜਦੋਂ ਪਵਿੱਤਰ ਹੋ ਜਾਂਦੇ ਨਿਰਮਲ ਨਾਮ ਧਿਆਵਣਿਆ, ਉਹ ਫਿਰ ਇਸ ਨਿਰਮਲ ਨਾਮ ਪਰਮਾਤਮਾ ਦੇ ਨਾਮ ਨੂੰ ਜਪਦੇ ਰਹਿੰਦੇ ਨੇ। ਫਿਰ ਉਹ ਵਾਹਿਗੁਰੂ 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 ਕਰਦੇ ਰਹਿੰਦੇ ਨੇ। ਰਹਾਉ।
ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉਮੈ ਮਾਰੇ। ਨਾਮ ਪਦਾਰਥ ਨੌ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣਿਆ। ਨਿਹ ਕਰਮ ਗੁਰਬਾਣੀ ਚਾਹੁੰਦਾ ਹੈ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਹਕਾਮੀ ਦਾ ਬਿਨਾਂ ਇੱਛਾ ਦੇ, ਮਨ 'ਚ ਕੋਈ ਇੱਛਾ ਨਹੀਂ ਕਰਨੀ, ਬਸ ਸੇਵਾ ਕਰੀ ਜਾਣੀ, ਉਹਨੂੰ ਵੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਪਰ ਮਨ 'ਚ ਕੋਈ ਸੰਸਾਰਿਕ ਇੱਛਾ ਨਹੀਂ ਰੱਖਦਾ, ਵੀ ਮੈਨੂੰ ਆਹ ਮਿਲੇ, ਉਹਨੂੰ ਵੀ ਪਰਮਾਤਮਾ ਮਿਲ ਜਾਂਦਾ। ਉਹਨੂੰ ਕਹਿੰਦੇ ਨਿਹ ਕਰਮੀ। ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ, ਜਿਹੜਾ ਨਾਮ ਜਪਦਾ, ਸ਼ਬਦ ਵਿਚਾਰੇ ਨਾਮ ਜਪਦਾ, ਜਿਹੜਾ ਨਾਮ ਜਪਦਾ ਹੈ ਉਹ ਸਮਾਂ ਪਾ ਕੇ ਨਿਹ ਕਰਮੀ ਰਹਿੰਦਾ। ਉਹਨੂੰ ਸੰਸਾਰ ਦੀ ਕੋਈ ਇੱਛਾ ਨਹੀਂ ਰਹਿੰਦੀ, ਉਹ ਇੱਛਾ ਰਹਿਤ ਹੋ ਜਾਂਦਾ। ਜਿਹੜੀ ਇੱਛਾ ਹੈ ਇਹੀ ਮਨੁੱਖ ਨੂੰ ਦੁਬਾਰਾ ਜਨਮ ਦਿਲਾਉਂਦੀ ਹੈ। ਅਗਰ ਇੱਛਾ ਹੀ ਕੋਈ ਨਹੀਂ ਤਾਂ ਦੁਬਾਰਾ ਜਨਮ ਨਹੀਂ ਹੋ ਸਕਦਾ। ਇੱਛਾ ਹੈ, ਇਸ ਲਈ ਉਹ ਇੱਛਾ ਪੂਰਤੀ ਲਈ ਦੁਬਾਰਾ ਜਨਮ ਲੈਣਾ ਪਏਗਾ। ਜਿਹੜਾ ਨਾਮ ਜਪਦਾ ਹੈ ਉਹ ਇੱਛਾ ਰਹਿਤ ਹੋ ਜਾਂਦਾ, ਉਹ ਨਿਹ ਕਰਮੀ ਹੋ ਜਾਂਦਾ। ਉਹਦੇ ਅੰਦਰ ਸੰਸਾਰੀ ਕੋਈ ਇੱਛਾ ਨਹੀਂ। ਅੰਤਰ ਤਤ ਗਿਆਨ ਹਉਮੈ ਮਾਰੇ। ਤਤ ਰੱਬ ਨੂੰ ਕਹਿੰਦੇ, ਅੰਤਰ ਤਤ ਗਿਆਨ, ਅੰਦਰ ਰੱਬੀ ਗਿਆਨ ਹੋ ਜਾਂਦਾ ਹੈ, ਅਤੇ ਉਸ ਗਿਆਨ ਦੇ ਰਾਹੀਂ ਆਪਣੇ ਅੰਦਰ ਹਉਮੈ ਨੂੰ ਖਤਮ ਕਰਨ ਦਾ ਜੋ ਗਿਆਨ ਹੁੰਦਾ ਹੈ, ਹਉਮੈ ਕਿਉਂ ਖਤਮ ਹੋ ਜਾਂਦੀ ਹੈ? ਗਿਆਨ ਹੋ ਗਿਆ ਕਿ ਮੈਂ ਤਾਂ ਸਾਧਨ ਹਾਂ, ਮੈਂ ਕਰਤਾ ਨਹੀਂ ਹਾਂ। ਅਜੇ ਅਸੀਂ ਆਪਣੇ ਆਪ ਨੂੰ ਕਰਤਾ ਸਮਝਦੇ, ਮੈਂ ਆਹ ਕੀਤਾ, ਮੈਂ ਇਹ ਕਰ ਸਕਦਾ ਹਾਂ, ਮੈਂ ਇਹ ਕਰਾਂਗਾ, ਇਹ ਕਰਤਾ ਹੈ। ਜਦੋਂ ਤਤ ਗਿਆਨ ਹੁੰਦਾ ਉਦੋਂ ਪਤਾ ਲੱਗਦਾ ਵੀ ਓਹੋ, ਇਹ ਮੈਂ ਉਹੀ ਕੀਤਾ ਜੋ ਪਰਮਾਤਮਾ ਨੇ ਮੇਰੇ ਤੋਂ ਕਰਾਇਆ। ਇਹ ਤਾਂ ਪਰਮਾਤਮਾ ਨੇ ਕਰਾਇਆ ਹੈ। ਕਰਨ ਕਰਾਉਣ ਵਾਲਾ ਤਾਂ ਉਹ ਹੈ, ਅਸੀਂ ਤਾਂ ਇੱਕ ਸਾਧਨ ਹਾਂ। ਕਰਨ ਵਾਲਾ ਪਰਮਾਤਮਾ ਹੈ, ਕਰਾਉਣ ਵਾਲਾ ਵੀ ਉਹੀ ਹੈ। ਇਸ ਤਾਂ ਜਿਵੇਂ ਉਹ ਕਹਿੰਦਾ ਉਵੇਂ ਕਰਦੇ। ਫਿਰ ਬੰਦੇ ਦੇ ਹਉਮੈ ਖਤਮ ਹੋ ਜਾਂਦੀ। ਇਹ ਮੈਂ ਨਹੀਂ ਕੀਤਾ, ਇਹ ਤਾਂ ਉਹਨੇ ਕਰਵਾਇਆ ਹੈ, ਉਹਨੇ ਕਰਵਾਇਆ। ਉਹਨੂੰ ਗਿਆਨ ਹੋ ਜਾਂਦਾ, ਫਿਰ ਕਦੀ ਹਉਮੈ ਕਰਨੀ। ਹੁਣ ਜਿਨ੍ਹਾਂ ਨੂੰ ਗਿਆਨ ਸੀ ਇਸ ਗੱਲ ਦਾ, ਉਹ ਕਹਿੰਦੇ ਮੂਰਖ ਜਾਣੈ ਆਪਣੇ ਧੀਆਂ ਪੂਤ ਸੰਜੋਗ। ਇਹ ਧੀਆਂ ਪੁੱਤਰ ਤਾਂ ਪਿਛਲੇ ਜਨਮਾਂ ਦੇ ਸੰਯੋਗਾਂ ਕਾਰਨ ਸਾਨੂੰ ਮਿਲੇ ਨੇ। 2 ਨਾਲ ਸੰਯੋਗ ਸਨ, 2 ਬੱਚੇ ਮਿਲ ਗਏ। 3 ਨਾਲ ਸੰਯੋਗ ਸਨ, 3 ਨਾਲ ਮਿਲ ਗਏ। 4 ਨਾਲ ਸਨ, 4 ਨਾਲ ਮਿਲ ਗਏ। ਕਿਸੇ ਨਾਲ ਵੀ ਸੰਯੋਗ ਨਹੀਂ ਤਾਂ ਫਿਰ ਕੋਈ ਵੀ ਬੱਚਾ ਨਹੀਂ ਹੁੰਦਾ, ਜਿੱਥੇ ਮਰਜ਼ੀ ਭੱਜ ਨੱਠ ਕਰ ਲਓ, ਸੰਯੋਗ ਹੀ ਨਹੀਂ ਕਿਸੇ ਨਾਲ। ਇਸ ਲਈ ਗੁਰਬਾਣੀ ਕਹਿੰਦੀ ਮੂਰਖ ਜਾਣੈ ਆਪਣੇ ਧੀਆਂ ਪੂਤ ਸੰਜੋਗ। ਮੂਰਖ ਕਹਿੰਦਾ ਹੈ ਮੇਰੀ ਧੀ ਹੈ, ਮੇਰਾ ਪੁੱਤਰ ਹੈ। ਆਪਾਂ ਸਾਰੀ ਕਹਿੰਦੇ, ਕਿਉਂ? ਸਾਨੂੰ ਪਤਾ ਨਹੀਂ ਹੈ, ਸਾਨੂੰ ਅਸਲੀਅਤ ਦਾ ਪਤਾ ਨਹੀਂ ਹੈ। ਇਹ ਧੀਆਂ ਪੁੱਤਰ ਤਾਂ ਪਰਮਾਤਮਾ ਦੇ ਨੇ। ਸਿਰਫ ਇੰਨੇ ਕਿ ਸਾਡੇ ਰਾਹੀਂ ਉਹ ਸੰਸਾਰ 'ਤੇ ਆਏ ਨੇ ਅਤੇ ਸਾਨੂੰ ਇਹ ਲੱਗਦਾ ਸਾਡੇ ਨੇ। ਪਰਮਾਤਮਾ ਦੀ ਮਰਜ਼ੀ ਹੈ, ਉਹ ਆਪਣੇ ਕਿਸੇ ਧੀ ਪੁੱਤਰ ਨੂੰ ਕਦੇ ਵਾਪਸ ਬੁਲਾ ਸਕਦਾ। ਅਸੀਂ ਕਿਉਂ ਰੋਂਦੇ ਹਾਂ? ਕਿ ਸਾਨੂੰ ਪਤਾ ਸਾਡੇ ਨੇ, ਇਹ ਸਾਡੇ ਨੇ। ਬ੍ਰਹਮ ਗਿਆਨੀ ਨੂੰ ਪਤਾ ਹੁੰਦਾ ਮੇਰੇ ਨਹੀਂ ਹੈਗੇ, ਇਹ ਤਾਂ ਪਰਮਾਤਮਾ ਦੇ, ਮੈਨੂੰ ਤਾਂ ਪਾਲਣ ਲਈ ਦਿੱਤੇ ਨੇ ਉਸਨੇ। ਇਹਨਾਂ ਬੱਚੇ ਨੂੰ ਪਾਲ ਪੋਸ ਪੜ੍ਹਾਇਆ ਹੈ, ਅਤੇ ਪਰਮਾਤਮਾ ਜਦੋਂ ਮਰਜ਼ੀ ਵਾਪਸ ਸੱਦ ਲਿਓ। ਬ੍ਰਹਮ ਗਿਆਨੀ ਆਪਣੇ ਧੀ ਪੁੱਤ ਦੇ ਮਰਨ 'ਤੇ ਰੋਂਦਾ ਨਹੀਂ ਹੈ। ਆਪਾਂ ਨੂੰ ਕਿਉਂਕਿ ਗਿਆਨ ਨਹੀਂ, ਆਪਾਂ ਕਹਿੰਦੇ ਮੇਰੇ ਨੇ, ਇਸ ਲਈ ਆਪਾਂ ਰੋਂਦੇ ਹਾਂ। ਅਸੀਂ ਆਪਣੀ ਥਾਂ 'ਤੇ ਠੀਕ ਹਾਂ, ਬ੍ਰਹਮ ਗਿਆਨੀ ਆਪਣੀ ਥਾਂ 'ਤੇ ਠੀਕ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਅੰਤਰ ਗਿਆਨ, ਅੰਤਰ ਤਤ ਗਿਆਨ ਹਉਮੈ ਮਾਰੇ।
ਅੰਦਰ ਜਦੋਂ ਰੱਬੀ ਗਿਆਨ ਹੋ ਜਾਂਦਾ ਹੈ, ਫਿਰ ਅੰਦਰੋਂ ਹਉਮੈ ਨੂੰ ਖਤਮ ਕਰ ਦਿੰਦਾ ਹੈ ਵੀ ਇਹ ਤਾਂ ਜੋ ਕੀਤਾ ਜਾਂ ਜੋ ਕਰੇ ਤਾਂ ਪਰਮਾਤਮਾ ਕਰਵਾ ਰਿਹਾ ਮੇਰੇ ਤੋਂ। ਹੁਣ ਜੇ ਛੱਜੂ ਭਗਤ ਹੰਕਾਰ ਕਰਦਾ ਬਾਅਦ 'ਚ ਕਿ ਮੈਂ ਜਿਹੜਾ ਗੀਤਾ ਦੇ ਸ਼ਲੋਕ ਕਰਕੇ ਪੰਡਿਤ ਨੂੰ ਹਰਾਤਾ, ਫਿਰ ਮੂਰਖ ਹੀ ਹੋਣਾ ਸੀ ਨਾ। ਛੱਜੂ ਚੌੜ ਨੂੰ ਤਾਂ 8ਵੇਂ ਪਾਤਸ਼ਾਹ ਨੇ ਸਾਧਨ ਬਣਾਇਆ ਸੀ, ਉਹਨੂੰ ਸਾਧਨ ਬਣਾਇਆ ਸੀ। ਅਰਥ ਦੇ 8ਵੇਂ ਪਾਤਸ਼ਾਹ ਨੇ ਕੀਤੇ, ਛੱਜੂ ਚੌੜ ਨੂੰ ਸਾਧਨ ਬਣਾ ਲਿਆ ਗਿਆ। ਹੁਣ ਜੋ ਕਿਤੇ ਬਾਅਦ 'ਚ ਕਹੇ ਵੀ ਹਾਂ ਜੀ ਮੈਂ ਅਰਥ ਕੀਤੇ, ਤੇ ਫਿਰ ਇਹ ਹਉਮੈ ਹੈ ਵੀ ਤੂੰ ਤਾਂ ਅਨਪੜ੍ਹ ਸੀ, ਤੂੰ ਕਿੱਥੇ ਅਰਥ ਕਰ ਸਕਦਾ, ਤੈਨੂੰ ਤਾਂ ਪੜ੍ਹਦੀ ਹੀ ਨਹੀਂ ਹੁੰਦੀ ਸੰਸਕ੍ਰਿਤ ਅਰਥ ਕਿਤੇ ਕਰਨਾ। ਉਹ ਤਾਂ ਗੁਰੂ ਮਹਾਰਾਜ ਤੇਰੇ ਤੋਂ ਕਰਵਾਏ, ਤੈਨੂੰ ਯੋਗ ਬਣਾਤਾ ਹੈ। ਫਿਰ ਬ੍ਰਹਮ ਗਿਆਨੀ ਇਸੇ ਲਈ ਹੰਕਾਰ ਨਹੀਂ ਕਰਦਾ, ਉਹਨੂੰ ਪਤਾ ਹੁੰਦਾ, ਉਹਨੂੰ ਪਤਾ ਹੁੰਦਾ ਕਿ ਜੋ ਮੈਂ ਕੀਤਾ ਇਹ ਤਾਂ ਪਰਮਾਤਮਾ ਨੇ ਮੇਰੇ ਤੋਂ ਕਰਾਇਆ ਹੈ, ਮੈਂ ਤਾਂ ਇੱਕ ਸਾਧਨ ਹਾਂ, ਕਰਤਾ ਨਹੀਂ ਹਾਂ। ਹਉਮੈ ਉਦੋਂ ਪੈਦਾ ਹੁੰਦਾ ਜਦੋਂ ਅਸੀਂ ਕਰਤਾ ਆਪਣੇ ਆਪ ਨੂੰ ਗਿਣਦੇ। ਬ੍ਰਹਮ ਗਿਆਨ ਹੋ ਜਾਣ ਤੋਂ ਬਾਅਦ ਮਨੁੱਖ ਨੂੰ ਗਿਆਨ ਹੋ ਜਾਂਦਾ ਵੀ ਉਹ ਮੈਂ ਤਾਂ ਸਾਧਨ ਹਾਂ, ਮੈਂ ਕਰਤਾ ਨਹੀਂ ਹਾਂ। ਕਰਤਾ ਤੇ ਪਰਮਾਤਮਾ, ਮੈਂ ਤਾਂ ਇੱਕ ਸਾਧਨ ਹਾਂ, ਮੇਰੇ ਰਾਹੀਂ ਪਰਮਾਤਮਾ ਨੇ ਕੀਤਾ। ਨਾਮ ਪਦਾਰਥ ਨੌ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣੇ। ਨਾਮ ਪਦਾਰਥ, ਧਰਮ ਦੇ ਵਿੱਚ ਪਦਾਰਥ ਬਹੁਤ ਕੀਮਤੀ ਚੀਜ਼ ਨੂੰ ਗਿਣਿਆ ਗਿਆ ਹੈ। 4 ਪਦਾਰਥ ਗਿਣੇ ਗਏ ਨੇ। 4 ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। 4 ਪਦਾਰਥ, ਇੱਕ ਹੈ ਨਾਮ, ਦੂਜਾ ਹੈ ਇੱਛਾ ਪੂਰਤੀ, ਤੀਜਾ ਹੈ ਮੁਕਤੀ, ਚੌਥਾ ਹੈ ਮਾਇਆ। ਇਹ 4 ਨੂੰ ਪਦਾਰਥ ਗਿਣਿਆ ਗਿਆ। ਇਹ ਬਹੁਤ ਕੀਮਤੀ ਚੀਜ਼ਾਂ ਹਨ। ਨਾਮ ਨੂੰ ਪਦਾਰਥ ਕਿਹਾ ਗਿਆ ਕਿਉਂਕਿ ਇਸ ਨਾਮ ਦੇ 9 ਨਿਧੀਆਂ ਨੇ। ਸੰਸਾਰ ਦੇ ਮਾਇਆ ਦੇ 9 ਖਜ਼ਾਨੇ ਨੇ, ਸੁੱਖਾਂ ਦੇ 9 ਖਜ਼ਾਨੇ ਗਿਣੇ ਗਏ ਹਨ, ਉਹ ਨਾਮ ਦੇ ਵਿੱਚ ਨੇ। ਜਿਹੜਾ ਨਾਮ ਜਪਦਾ ਨਾ ਉਹਨੂੰ ਸੁੱਖਾਂ ਦੇ 9 ਖਜ਼ਾਨੇ ਪ੍ਰਾਪਤ ਹੋਏ, 9 ਨਿਧੀਆਂ ਪ੍ਰਾਪਤ ਹੋਏ। ਨਿਧੀ ਖਜ਼ਾਨੇ ਨੂੰ ਕਹਿੰਦੇ ਨੇ, 9 ਖਜ਼ਾਨੇ ਧਨ ਦੌਲਤ ਜਿਸ ਦੇ ਵਿੱਚ ਉਹ ਪ੍ਰਾਪਤ ਹੋਏ। ਇਹੀ ਕਾਰਨ ਕਿ ਨਾਮ ਜਪਣ ਵਾਲਾ ਅਮੀਰ ਹੋ ਜਾਂਦਾ ਹੈ। ਨਾਮ ਜਪਣ ਵਾਲਾ ਅਮੀਰ ਹੋ ਜਾਂਦਾ ਕਿਉਂਕਿ ਉਹਨੂੰ 9 ਨਿਧੀਆਂ ਸਮਾਂ ਪਾ ਕੇ ਪ੍ਰਾਪਤ ਹੋ ਜਾਂਦੀਆਂ। ਨਾਮ ਪਦਾਰਥ 9 ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣੇ। ਨਾਮ ਪਦਾਰਥ ਨਾਲ ਇੱਕ ਤੇ ਉਹਨੂੰ 9 ਨਿਧੀਆਂ ਪ੍ਰਾਪਤ ਹੋ ਗਈਆਂ। ਸੋ ਧਨ ਦੌਲਤ ਸੰਸਾਰਿਕ ਪਦਾਰਥ ਨੂੰ ਪ੍ਰਾਪਤ ਹੋ ਗਏ। ਦੂਜਾ ਉਸ ਨਾਮ ਦੇ ਨਾਲ 3 ਗੁਣ, ਮਾਇਆ ਦੇ 3 ਗੁਣ ਨੇ, ਰਜੋ ਸਤੋ ਤਮੋ। ਤਮੋ ਗੁਣ ਉਹ ਹੁੰਦਾ ਹੈ ਮਨੁੱਖ ਕਈ ਵਾਰੀ ਐਸੇ ਕੰਮ ਕਰਦਾ ਜਿਹਦਾ ਨਾ ਉਹਨੂੰ ਫਾਇਦਾ ਨਾ ਸਮਾਜ ਨੂੰ ਫਾਇਦਾ, ਉਹ ਤਮੋ ਗੁਣੀ ਮਨੁੱਖ ਹੁੰਦਾ। ਕ੍ਰੋਧੀ ਹੁੰਦਾ, ਉਹ ਲਾਲਚੀ ਹੁੰਦਾ, ਉਹ ਅਗਿਆਨੀ ਹੁੰਦਾ। ਮੰਨ ਲਓ ਇੱਕ ਬੰਦਾ ਦਿਨ ਰਾਤ ਸ਼ਰਾਬ ਪੀ ਵੀ ਜਾਂਦਾ, ਉਹ ਤਮੋ ਗੁਣੀ ਹੈ। ਆਪਣਾ ਵੀ ਨੁਕਸਾਨ ਕਰਦਾ, ਸਮਾਜ ਦਾ ਵੀ ਨੁਕਸਾਨ ਕਰਦਾ, ਆਪਣੇ ਸਰੀਰ ਦਾ, ਆਪਣੇ ਧਨ ਦਾ, ਆਪਣੀ ਇੱਜ਼ਤ ਦਾ ਨੁਕਸਾਨ ਕਰਦਾ। ਨਸ਼ੇ ਕਰਦੇ ਨੇ ਭਾਂਤ ਭਾਂਤ ਦੇ ਲੋਕ, ਇਹ ਵੀ ਤਮੋ ਗੁਣੀ ਨੇ, ਇਹ ਅਗਿਆਨੀ ਨੇ, ਆਪਣਾ ਨੁਕਸਾਨ ਕਰ ਰਹੇ ਹੋ। ਦੂਜੇ ਦਾ ਰਜੋ ਗੁਣੀ, ਵੀ ਆਪਣਾ ਫਾਇਦਾ ਹੋਣਾ ਚਾਹੀਦਾ, ਦੂਜੇ ਦਾ ਭਾਵੇਂ ਨੁਕਸਾਨ ਹੋ ਜਾਏ, ਆਪਣਾ ਫਾਇਦਾ ਹੋਣਾ ਚਾਹੀਦਾ, ਉਹ ਰਜੋ ਗੁਣੀ ਲੋਕ ਹੁੰਦੇ ਨੇ। ਤੀਜੇ ਦਾ ਸਤੋ ਗੁਣੀ, ਵੀ ਆਪਣਾ ਵੀ ਭਲਾ ਹੋਵੇ, ਦੂਜੇ ਦਾ ਵੀ ਭਲਾ ਹੋਵੇ, ਉਹ ਇਹੋ ਜਿਹੇ ਕੰਮ ਕਰਦੇ ਨੇ। ਉਹ ਇਹੋ ਜਿਹੇ ਕੰਮ ਕਰ ਜਿਸ ਉਹਨਾਂ ਦਾ ਵੀ ਭਲਾ ਅਤੇ ਦੂਜਿਆਂ ਦਾ ਵੀ ਭਲਾ।
ਚੌਥੇ ਪ੍ਰਕਾਰ ਦੇ ਲੋਕ ਬ੍ਰਹਮ ਗਿਆਨੀ ਹੁੰਦੇ ਨੇ। ਇਹ ਮਾਇਆ ਦੇ 3 ਗੁਣ ਹੇਠਲੇ ਤਾਂ ਰਜੋ ਤਮੋ ਸਤੋ। 99.99% ਲੋਕ ਰਜੋ ਸਤੋ ਤਮੋ ਨੇ। ਇਹ ਤਾਂ 0.001 ਜਿਹੜਾ ਹੈ ਉਹ ਕੋਈ ਚੌਥੀ ਅਵਸਥਾ 'ਤੇ ਪਹੁੰਚਦਾ ਹੈ। ਸੋ ਇਹ ਨਾਮ ਪਦਾਰਥ ਐਸਾ ਹੈ ਕਿ ਅੰਦਰੋਂ ਮਾਇਆ ਦੇ 3 ਗੁਣਾਂ ਨੂੰ ਖਤਮ ਕਰ ਦਿੰਦਾ ਹੈ। 3 ਗੁਣ ਮੇਟ ਸਮਾਵਣੇ। ਇਹ ਮਨ ਫਿਰ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਇੱਧਰ ਮਾਇਆ ਦੇ 3 ਗੁਣ ਖਤਮ ਹੋ ਗਏ ਅਤੇ ਚੌਥਾ ਗੁਣ ਜਿਹੜਾ ਹੈ ਉਹ ਪਰਮਾਤਮਾ ਦੀ ਪ੍ਰਾਪਤੀ ਹੈ। ਹਉਮੈ ਕਰੇ ਨਿਹ ਕਰਮੀ ਨਾ ਹੋਵੇ। ਜਿਹੜਾ ਹੰਕਾਰ ਕਰਦਾ ਉਹ ਨਿਸ਼ਕਰਮੀ ਨਹੀਂ ਹੋ ਸਕਦਾ, ਉਹ ਇੱਛਾ ਰਹਿਤ ਨਹੀਂ ਹੋ ਸਕਦਾ। ਗੁਰ ਪ੍ਰਸਾਦੀ ਹਉਮੈ ਖੋਵੇ। ਹਾਂ, ਅਗਰ ਉਹ ਚਾਹੇ ਤਾਂ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰ ਹਉਮੈ ਖਤਮ ਕਰ ਸਕਦਾ ਹੈ। ਉਹ ਗੁਰੂ ਦੀ ਕਿਰਪਾ ਕਦੋਂ ਹੋਏਗੀ? ਗੁਰੂ ਦੀ ਕਿਰਪਾ ਹੋਵੇ ਤਾਂ ਅੰਦਰੋਂ ਹਉਮੈ ਖਤਮ ਹੋਵੇ। ਹਉਮੈ ਖਤਮ ਹੋਵੇ ਤਾਂ ਪਰਮਾਤਮਾ ਨਾਲ ਮੇਲ ਹੋਵੇ। ਹੁਣ ਗੁਰੂ ਦੀ ਕਿਰਪਾ ਕਿਵੇਂ ਹੈਗੀ? ਅੰਤਰ ਵਿਵੇਕ ਸਦਾ ਆਪ ਵਿਚਾਰੇ। ਗੁਰੂ ਦੀ ਕਿਰਪਾ ਨਾਲ ਉਹਦੇ ਅੰਦਰ ਵਿਵੇਕ ਬੁੱਧ ਪੈਦਾ ਹੋ ਜਾਏਗੀ। ਵਿਵੇਕ ਬੁੱਧ ਉਹ ਹੁੰਦੀ ਹੈ ਜਿਹੜੀ ਠੀਕ ਅਤੇ ਗਲਤ ਦਾ ਨਿਰਣਾ ਕਰੇ। ਸਾਡੇ ਅੰਦਰ ਵਿਵੇਕ ਬੁੱਧ ਹੀ ਕੋਈ ਨਹੀਂ। ਚੋਰ ਚੋਰੀ ਕਰਦਾ, ਚੋਰੀ ਨੂੰ ਠੀਕ ਸਮਝ ਰਿਹਾ। ਡਾਕੂ ਡਾਕੇ ਮਾਰਦਾ ਹੈ, ਡਾਕੇ ਠੀਕ ਸਮਝ ਰਿਹਾ ਹੈ। ਰਿਸ਼ਵਤਖੋਰ ਰਿਸ਼ਵਤ ਲੈ ਰਿਹਾ, ਉਹਨੂੰ ਰਿਸ਼ਵਤ ਲੈਣ ਠੀਕ ਸਮਝ ਰਿਹਾ ਹੈ। ਮਿਲਾਵਟਖੋਰ ਮਿਲਾਵਟ ਕਰ ਰਿਹਾ, ਉਹਨੂੰ ਠੀਕ ਸਮਝ ਰਿਹਾ ਹੈ। ਉਹਨੂੰ ਠੀਕ ਸਮਝ ਰਿਹਾ। ਸ਼ਰਾਬੀ ਸ਼ਰਾਬ ਨੂੰ ਠੀਕ ਸਮਝ ਰਿਹਾ। ਨਸ਼ਈ ਹੈ, ਨਸ਼ੇ ਨੂੰ ਠੀਕ ਸਮਝ ਰਿਹਾ ਹੈ। ਉਹਦੇ ਤਾਂ ਵਿਵੇਕ ਬੁੱਧ ਹੀ ਨਹੀਂ। ਉਹਨੂੰ ਪਤਾ ਹੀ ਨਹੀਂ ਕਿ ਜਿਸ ਨੂੰ ਤੂੰ ਠੀਕ ਸਮਝ ਰਿਹਾ ਉਹ ਤਾਂ ਗਲਤ ਹੈ, ਉਹ ਤਾਂ ਗਲਤ ਹੈ। ਵਿਵੇਕ ਸੀ ਸਾਡੇ ਗੁਰੂਆਂ 'ਚ। ਆ ਸਾਰੀ ਗੁਰਬਾਣੀ ਵਿਵੇਕ ਬੁੱਧ ਹੈ। ਗੁਰਬਾਣੀ ਸਾਨੂੰ ਦੱਸਦੀ ਹੈ ਆਹ ਕਰੋ, ਆਹ ਨਾ ਕਰੋ। ਇਸੇ 'ਚ ਹੀ ਸਾਡਾ ਭਲਾ। ਕਿਉਂਕਿ ਗੁਰੂਆਂ ਦੇ ਅੰਦਰ ਵਿਵੇਕ ਬੁੱਧ ਸੀ। ਉਹਨਾਂ ਨੂੰ ਪਤਾ ਸੀ ਕੀ ਠੀਕ ਹੈ ਅਤੇ ਕੀ ਗਲਤ ਹੈ। ਇਸ ਲਈ ਸਾਰੇ ਗੁਰੂ ਨੇ ਆਪਣੇ ਸਿੱਖਾਂ ਨੂੰ 2 ਹੀ ਗੱਲਾਂ ਕਹੀਆਂ, ਆਹ ਕਰੋ, ਆਹ ਨਾ ਕਰੋ। ਬਸ ਜੋ ਕਰਨ ਨੂੰ ਕਿਹਾ ਜਿਹੜਾ ਸਿੱਖ ਉਹ ਕਰਦਾ ਹੈ, ਅਤੇ ਜਿਹੜਾ ਨਾ ਕਰਨ ਕਾ ਨਹੀਂ ਕਰਦਾ ਬਸ ਉਹ ਗੁਰਮੁਖ ਹੋ ਜਾਂਦਾ। ਹੋਰ ਕੀ? ਸੋ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਅੰਦਰ ਵਿਵੇਕ ਬੁੱਧ ਪੈਦਾ ਹੋ ਜਾਂਦੇ। ਸਦਾ ਆਪ ਵਿਚਾਰੇ। ਫਿਰ ਆਪਣੀ ਵਿਚਾਰ ਕਰਦਾ ਆਪਣੇ ਬਾਰੇ ਕਿ ਮੈਂ ਕੌਣ ਹਾਂ, ਮੈਂ ਇੱਥੇ ਕੀ ਕਰਨ ਆਇਆ, ਮੈਂ ਕੀ ਕਰ ਰਿਹਾ ਹਾਂ, ਮੈਨੂੰ ਕੀ ਕਰਨਾ ਚਾਹੀਦਾ ਹੈ, ਮੈਂ ਕਿੱਥੋਂ ਆਇਆ ਹਾਂ, ਮੈਂ ਕਿੱਥੇ ਜਾਣਾ ਹੈ। ਉਹਨੂੰ ਇਹਨਾਂ ਚੀਜ਼ਾਂ ਦਾ ਗਿਆਨ ਹੁੰਦਾ। ਆਪਣੇ ਆਪ ਦੀ ਵਿਚਾਰ ਕਰਦਾ ਹੈ ਕਿ ਉਹ ਵਿਵੇਕ ਬੁੱਧ ਪੈਦਾ ਹੋ ਗਈ। ਫਿਰ ਉਹ ਦੇਖਦਾ ਜਿਹੜਾ ਮੈਂ ਆਹ ਕੰਮ ਕਰ ਰਿਹਾ ਕੀ ਠੀਕ ਹੈ। ਹੁਣ ਪਤਾ ਸੱਜਣ ਠੱਗ ਉਹ ਜੇ ਆਪਣੇ ਆਪ ਨੂੰ ਸੱਜਣ ਸ਼ੋਅ ਕਰਦਾ, ਸੱਜਣ ਸਮਝਦਾ ਹੈ, ਪਰ ਅੰਦਰੋਂ ਠੱਗ ਹੈ। ਉਹਨੂੰ ਪਤਾ ਹੀ ਨਹੀਂ ਕਿ ਜੋ ਮੈਂ ਕਰ ਰਿਹਾ ਠੀਕ ਹੈ ਕਿ ਗਲਤ ਹੈ। ਇਸੇ ਕਰ ਰਿਹਾ ਖੁਸ਼ ਹੈ। ਜਦੋਂ ਗੁਰੂ ਨਾਨਕ ਦੇਵ ਜੀ ਆਏ ਤਾਂ ਫਿਰ ਉਹਨੂੰ ਗਿਆਨ ਹੋਇਆ ਕਿ ਮੈਂ ਜੋ ਲੋਕਾਂ ਨਾਲ ਕਰ ਰਿਹਾ ਇਹ ਤਾਂ ਗਲਤ ਹੈ। ਅਤੇ ਜਦੋਂ ਪਤਾ ਲੱਗੇ ਗਲਤ ਹੈ ਉਹਨੇ ਛੱਡਤਾ। ਕਹਿੰਦੇ ਵਿਵੇਕ ਬੁੱਧ ਪੈਦਾ ਹੋ ਗਈ, ਛੱਡਤੇ। ਹੁਣ ਜੀ ਜਿਹੜੇ ਆਪਣੇ ਸਤਸੰਗ ਨੇ ਪਹਿਲਾਂ ਸ਼ਰਾਬ ਪੀਆ ਕਰਦੇ ਸਨ, ਫਿਰ ਛੱਡਤੀ। ਸਤਸੰਗ ਕਦ ਛੱਡਦੇ? ਕਿਉਂ? ਗੁਰੂ ਮਹਾਰਾਜ ਦੇ ਅੰਦਰ ਵਿਵੇਕ ਬੁੱਧ ਹੈ। ਬਾਣੀ ਨੇ ਉਹਨਾਂ ਨੇ ਦੱਸਿਆ ਕਿ ਜਦੋਂ ਤੂੰ ਸ਼ਰਾਬ ਪੀਂਦੇ ਗਲਤ ਕੰਮ ਹੈ, ਇਹ ਨਹੀਂ ਕਰਨਾ ਹੈਗਾ। ਉਹਨਾਂ ਨੇ ਛੱਡਤੀ। ਉਹਨਾਂ ਨੇ ਇਸ ਵਿਵੇਕ ਬੁੱਧ ਤੋਂ ਕੰਮ ਲਿਆ। ਜਿੰਨਾ ਚਿਰ ਸਾਡੇ ਆਪਣੇ ਅੰਦਰ ਵਿਵੇਕ ਬੁੱਧ ਪੈਦਾ ਨਹੀਂ ਹੁੰਦੀ ਉਹਨਾਂ ਚਿਰ ਗੁਰੂ ਦੀ ਵਿਵੇਕ ਬੁੱਧ ਵਰਤਣੀ ਚਾਹੀਦੀ। ਅਤੇ ਗੁਰੂ ਮਹਾਰਾਜ ਬਾਣੀ ਰਾਹੀਂ ਸਾਨੂੰ ਕਹਿੰਦੇ ਨੇ ਆਹ ਕਰ ਅਤੇ ਆਹ ਨਾ ਕਰ।
ਆਹ ਕਰੇਂਗਾ ਤੈਨੂੰ ਆਹ ਮਿਲੇਗਾ, ਆਹ ਨਹੀਂ ਕਰੇਂਗਾ ਤੈਨੂੰ ਆਹ ਮਿਲੇਗਾ। ਸੋ ਜਦੋਂ ਸਾਡੇ ਅੰਦਰ ਵਿਵੇਕ ਬੁੱਧ ਪੈਦਾ ਹੋ ਜਾਏਗੀ ਨਾ, ਉਦੋਂ ਸਾਨੂੰ ਸਭ ਪਤਾ ਲੱਗ ਜਾਣਾ। ਫਿਰ ਬੰਦਾ ਆਪਣੇ ਆਪ ਨੂੰ ਵੇਖਦਾ ਕਿ ਜਿਹੜਾ ਮੇਰੇ ਅੰਦਰ ਗਿਆਨ ਪੈਦਾ ਹੋਇਆ ਕੀ ਮੇਰੇ ਕਰਮ ਉਹਦੇ ਅਨੁਸਾਰ ਹਨ। ਜਦੋਂ ਉਹਨੂੰ ਪਤਾ ਲੱਗਦਾ ਵੀ ਨਹੀਂ, ਉਹਦੇ ਅਨੁਸਾਰ ਨਹੀਂ ਮੇਰੇ ਕਰਮ, ਫਿਰ ਬੰਦਾ ਉਹਨਾਂ ਕਰਮਾਂ ਨੂੰ ਛੱਡ ਦਿੰਦਾ। ਫਿਰ ਸਾਰੇ ਸ਼ੁਭ ਕਰਮ ਕਰਦਾ, ਨਾਮ ਜਪਦਾ ਅਤੇ ਇੱਕ ਦਿਨ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ। ਇਸ ਲਈ ਜਦੋਂ ਅੰਦਰ ਵਿਵੇਕ ਬੁੱਧ ਪੈਦਾ ਹੋ ਜਾਂਦੇ ਹੈ, ਆਪਣੇ ਆਪ ਦੀ ਵਿਚਾਰ ਕਰਦਾ ਹੈ, ਫਿਰ ਗੁਰ ਸ਼ਬਦੀ ਗੁਣ ਗਾਵਣੇ। ਫਿਰ ਗੁਰੂ ਨੇ ਜਿਹੜਾ ਸਾਨੂੰ ਸ਼ਬਦ ਦਿੱਤਾ ਗੁਰਮੰਤਰ, ਉਹਦੀ ਸਹਾਇਤਾ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹੈ। ਇਹ ਬਾਣੀ ਪੜ੍ਹਨਾ ਵੀ ਪਰਮਾਤਮਾ ਦੇ ਗੁਣ ਗਾਉਣਾ, ਬਾਣੀ ਗਾਇਨ ਕਰਨਾ ਵੀ ਪਰਮਾਤਮਾ ਦੇ ਗੁਣ ਗਾਉਣਾ, ਬਾਣੀ ਦੀ ਕਥਾ ਵਾਰਤਾ ਕਰਨੀ ਵੀ ਪਰਮਾਤਮਾ ਦੇ ਗੁਣ ਗਾਉਣਾ ਹੈ, ਵਾਹਿਗੁਰੂ ਵਾਹਿਗੁਰੂ ਕਰਨਾ ਵੀ ਪਰਮਾਤਮਾ ਦੇ ਗੁਣ ਗਾਉਣਾ ਹੈ। ਇਸ ਲਈ ਫਿਰ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ, ਕਿ ਉਹਨੂੰ ਪਤਾ ਲੱਗੇ ਕਿ ਮੈਂ ਤਾਂ ਆਇਆ ਹੀ ਗੁਣ ਗਾਉਣਾ, ਮੈਂ ਤਾਂ ਆਇਆ ਹੀ ਪਰਮਾਤਮਾ ਦੇ ਗੁਣ ਗਾਉਣਾ। ਹਾਂ, ਉਹਨੂੰ ਜੇ ਅੰਦਰ ਵਿਵੇਕ ਬੁੱਧ ਪੈਦਾ ਹੁੰਦਾ, ਫਿਰ ਉਹਨੇ ਗਿਆਨ ਹੁੰਦਾ ਹੈ। ਅੱਗੇ ਕਹਿੰਦੇ ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗੈ ਨਿਤ ਗੁਰਮੁਖ ਹੋਈ, ਇਸ਼ਨਾਨ ਕਰੈ ਸਦਾ ਦਿਨ ਰਾਤੀ, ਹਉਮੈ ਮੈਲ ਚੁਕਾਵਣੇ। ਹਰ ਸਰ ਸਾਗਰ ਨਿਰਮਲ ਸੋਈ, ਪਰਮਾਤਮਾ ਪਵਿੱਤਰ ਸਰੋਵਰ ਹੈ, ਪਵਿੱਤਰ ਸਾਗਰ ਹੈ। ਸੰਤ ਚੁਗੈ ਨਿਤ ਗੁਰਮੁਖ ਹੋਏ, ਜਿਹੜੇ ਸੰਤ ਨੇ ਇਹ ਗੁਰਮੁਖ ਬਣ ਕੇ ਇਹ ਪਰਮਾਤਮਾ ਦੇ ਸਰੋਵਰ ਦੇ ਵਿੱਚੋਂ ਕੀ ਚੁਗਦੇ ਨੇ, ਜਿਵੇਂ ਹੰਸ ਮੋਤੀ ਚੁਗਦੇ ਨੇ, ਇਸ ਤਰ੍ਹਾਂ ਗੁਰਮੁਖ ਨੇ ਇਹ ਨਾਮ ਚੁਗਦੇ ਨੇ, ਇਹ ਨਾਮ ਚੁਗਦੇ ਨੇ ਸਰੋਵਰ ਦੇ ਵਿੱਚੋਂ। ਇਸ਼ਨਾਨ ਕਰੈ ਸਦਾ ਦਿਨ ਰਾਤੀ, ਦਿਨ ਰਾਤ ਇਸ਼ਨਾਨ ਕਰਦੇ ਨੇ, ਪਾਣੀ ਨਾਲ ਨਹੀਂ, ਉਹ ਤਾਂ ਇੱਕ ਦੋ ਵਾਰੀ ਬਹੁਤ ਹੁੰਦਾ ਹੈ। ਪਾਣੀ ਨਾਲ ਬਾਹਰਲੀ ਮੈਲ ਲੈਂਦੀ ਹੈ, ਮਨ ਦੀ ਮੈਲ ਨਹੀਂ ਲੈਂਦੀ, ਜਿਸੇ ਮਰਜ਼ੀ ਨਾਲ ਲਓ, ਬਾਹਰਲੀ ਮੈਲ ਲੈਂਦੀ ਹੈ। ਧਰਮ ਕਹਿੰਦਾ ਅੰਦਰਲੀ ਮੈਲ ਬਾਣੀ ਲਾਉਂਦੀ ਹੈ, ਨਾਮ ਲਾਉਂਦਾ। ਇਹ ਬਾਣੀ ਅੰਦਰ ਨੂੰ ਸਾਫ਼ ਕਰਦੀ ਹੈ, ਪਰਮਾਤਮਾ ਦਾ ਨਾਮ ਅੰਦਰ ਨੂੰ ਸਾਫ਼ ਕਰਦਾ, ਉਹ ਹੈ ਅੰਦਰ ਨੂੰ ਨਹਾਉਣਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਰੁਗ। ਕਹਿੰਦੇ ਇਸ਼ਨਾਨ ਕਰੋ, ਤੁਹਾਡਾ ਸਰੀਰ ਬਾਹਰੋਂ ਸਾਫ਼ ਹੋ ਜਾਏ, ਫਿਰ ਨਾਮ ਜਪੋ, ਅੰਦਰੋਂ ਸਾਫ਼ ਹੋ ਜਾਏ। ਜਦੋਂ ਮਨੁੱਖ ਅੰਦਰੋਂ ਅਤੇ ਬਾਹਰੋਂ ਸਾਫ਼ ਹੋ ਜਾਏ, ਅਸਲ ਸਾਫ਼ ਉਦੋਂ ਹੈ, ਅਸਲ ਸਾਫ਼ ਉਦੋਂ। ਇਸ ਲਈ ਹਰ ਇੱਕ ਸਿੱਖ ਨੇ ਬਾਹਰੋਂ ਵੀ ਇਸ਼ਨਾਨ ਕਰਨਾ। ਰਾਤ ਸੁੱਤੇ ਹਾਂ, ਸਵੇਰੇ ਨਹਾਓ ਧੋ, ਐਕਟਿਵ ਹੋ ਜਾਓ, ਫਰੈਸ਼ ਹੋ ਜਾਓ, ਫਿਰ ਨਾਮ ਜਪੋ। ਫਿਰ ਜੋ ਦਿਨ ਚੜ੍ਹ ਜਾਏ, ਆਪਣੇ ਕੰਮ ਧੰਦੇ 'ਤੇ ਚਲੇ ਜਾਣਾ। ਉਹ ਫਿਰ ਜੇ ਸੰਤ ਨੇ ਦਿਨ ਰਾਤ ਇਸ਼ਨਾਨ ਕਰ ਨਾਮ ਜਪਦੇ ਨੇ, ਆਪਣਾ ਮਨ ਸਾਫ਼ ਕਰ ਲੈਂਦੇ ਨੇ। ਇਸ਼ਨਾਨ ਕਰੈ ਸਦਾ ਦਿਨ ਰਾਤੀ, ਹਉਮੈ ਮੈਲ ਚੁਕਾਵਣੇ। ਅੰਦਰੋਂ ਹਉਮੈ ਦੀ ਮੈਲ ਖਤਮ ਹੋ ਜਾਂਦੀ ਹੈ। ਬਾਹਰੋਂ ਨਹਾਉਣ ਨਾਲ ਬਾਹਰਲੀ ਮੈਲ ਖਤਮ ਹੁੰਦੀ ਹੈ, ਨਾਮ ਨਾਲ ਜਦੋਂ ਨਹਾਉਂਦਾ ਅੰਦਰਲੀ ਮੈਲ ਖਤਮ ਹੁੰਦੀ ਹੈ। ਨਿਰਮਲ ਹੰਸਾ ਪ੍ਰੇਮ ਪਿਆਰ, ਫਿਰ ਜਦ ਰੱਬੀ ਪਿਆਰ ਦੇ ਰਾਹੀਂ ਇਹ ਮਨ ਜਿਹੜਾ ਨਿਰਮਲ ਹੋ ਜਾਂਦਾ, ਇਹ ਹੰਸ ਦੀ ਤਰ੍ਹਾਂ ਹੋ ਜਾਂਦਾ। ਬਗਲਾ ਹੈ, ਬਾਹਰੋਂ ਚਿੱਟਾ, ਹੰਸ ਵੀ ਚਿੱਟਾ, ਪਰ ਦੋਨੋਂ ਜੇ ਹੋਣ ਤਾਂ ਉਹਨਾਂ ਦੇ ਕੰਮਾਂ ਤੋਂ, ਉਹਨਾਂ ਦੇ ਖਾਣ ਪੀਣ ਤੋਂ ਸਾਨੂੰ ਪਤਾ ਲੱਗਦਾ ਇਹ ਬਗਲਾ ਇਹਨਾਂ 'ਚ ਕਿਹੜਾ ਅਤੇ ਹੰਸ ਕਿਹੜਾ। ਹੰਸਾਂ ਹੀਰੇ ਮੋਤੀ ਚੁਗਣਾ, ਬਾਗ ਡੱਡਾਂ ਭਾਲਣ ਜਾਈ। ਹੰਸਾਂ ਨੇ ਤਾਂ ਹੀਰੇ ਮੋਤੀ ਚੁਗਣੇ ਨੇ, ਗੁਣ ਗ੍ਰਹਿਣ ਕਰਨੇ ਨੇ। ਜਿਹੜੇ ਬਗਲੇ ਦੇ ਡੱਡੀਆਂ ਮੱਛੀਆਂ ਖਾਂਦੇ ਨੇ, ਅੰਦਰੋਂ ਗੰਦੇ ਨੇ, ਬਾਹਰੋਂ ਚਿੱਟੇ ਨੇ।
ਹੰਸ ਬਾਹਰੋਂ ਵੀ ਚਿੱਟੇ, ਅੰਦਰੋਂ ਵੀ ਚਿੱਟੇ ਹੁੰਦੇ। ਸਾਡੇ ਖਾਣ ਪੀਣ ਤੋਂ, ਸਾਡੇ ਰਹਿਣ ਸਹਿਣ ਤੋਂ ਹੀ ਪਤਾ ਲੱਗਦਾ ਅਸੀਂ ਕੀ ਹਾਂ। ਇਸ ਲਈ ਰੱਬੀ ਪਿਆਰ ਰਾਹੀਂ ਇਹ ਮਨੁੱਖ ਜਿਹੜਾ ਹੰਸ ਬਣ ਜਾਂਦਾ, ਪਵਿੱਤਰ ਹੰਸ। ਹਰ ਸਰ ਵਸੈ ਹਉਮੈ ਮਰ, ਇਹ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰਕੇ ਹਰੀ ਦੇ ਸਰੋਵਰ 'ਤੇ ਵਸਦਾ ਹੈ। ਜਿਵੇਂ ਹੰਸ ਸਰੋਵਰ 'ਚ ਵਸਦੇ ਨੇ, ਇਸ ਤਰ੍ਹਾਂ ਇਨਸਾਨ ਜਿਹੜਾ ਪਵਿੱਤਰ ਹੋ ਜਾਂਦਾ, ਅੰਦਰੋਂ ਹੰਸ ਹੋ ਜਾਂਦਾ, ਇਹ ਪਰਮਾਤਮਾ ਦੇ ਨਾਮ ਰੂਪੀ ਸਰੋਵਰ 'ਚ ਵਸਦੇ ਨੇ। ਅਹਨਿਸ ਪ੍ਰੀਤ ਸ਼ਬਦ ਸਾਚੈ, ਹਰ ਸਰ ਵਾਸਾ ਪਾਵਨੇ। ਅਹਨਿਸ ਹੁੰਦਾ ਦਿਨ ਰਾਤ। ਅਹਨਿਸ ਪ੍ਰੀਤ ਸ਼ਬਦ ਸਾਚੈ, ਪਰਮਾਤਮਾ ਦੇ ਨਾਮ ਰਾਹੀਂ ਉਹ ਦਿਨ ਰਾਤ ਪਰਮਾਤਮਾ ਨੂੰ ਪਿਆਰ ਕਰਦੇ ਹਨ। ਸਾਚੈ ਪਰਮਾਤਮਾ ਦੇ ਸ਼ਬਦ ਰਾਹੀਂ, ਨਾਮ ਰਾਹੀਂ। ਅਹਨਿਸ ਪ੍ਰੀਤ ਦਿਨ ਰਾਤ ਪਰਮਾਤਮਾ ਨੂੰ ਪਿਆਰ ਕਰਦੇ ਨੇ, ਉਹਦਾ ਨਾਮ ਜਪਦੇ ਰਹਿੰਦੇ। ਫਿਰ ਕੀ ਹੁੰਦਾ? ਹਰ ਸਰ ਵਾਸਾ ਪਾਵਨੇ, ਉਹਨਾਂ ਨੂੰ ਹਰੀ ਦੇ ਸਰੋਵਰ 'ਚ ਰਹਿਣ ਨੂੰ ਥਾਂ ਮਿਲ ਜਾਂਦੀ ਹੈ। ਭਾਵ ਜਿੱਥੇ ਹਰੀ ਰਹਿੰਦਾ ਹੈ ਉੱਥੇ ਰਹਿਣ ਨੂੰ ਥਾਂ ਮਿਲ ਜਾਂਦੀ ਹੈ, ਸੱਚਖੰਡ 'ਚ ਉਹਨੂੰ ਥਾਂ ਮਿਲ ਜਾਂਦੀ ਹੈ। ਸੋ ਅੰਦਰ ਬਾਣੀ ਪੜ੍ਹ ਕੇ, ਨਾਮ ਜਪ ਕੇ ਅੰਦਰ ਵਿਵੇਕ ਬੁੱਧ ਪੈਦਾ ਕਰਨੀ ਹੈ। ਜਿੰਨਾ ਚਿਰ ਉਹ ਪੈਦਾ ਨਹੀਂ ਹੁੰਦੀ, ਆ ਸਾਰੀ ਬਾਣੀ ਵਿਵੇਕ ਬੁੱਧ ਹੈ। ਇਹਦੀ ਸਹਾਇਤਾ ਨਾਲ ਜੀਵਨ ਜਿਉਣਾ ਚਾਹੀਦਾ। ਬਾਣੀ ਜੋ ਕਰਨ ਨੂੰ ਕਹਿੰਦੀ ਉਹ ਕਰੋ, ਜਿਸ ਤੋਂ ਰੋਕਦੀ ਉਸ ਤੋਂ ਰੁਕ ਜਾਓ। ਬਸ ਇੱਕ ਦਿਨ ਸਭ ਕੁਝ ਪ੍ਰਾਪਤ ਹੋ ਜਾਏਗਾ। ਜਿਹੜਾ ਮਨਮੁਖ ਹੈ ਉਹ ਮਰਜ਼ੀ ਕਰਦਾ ਹੈ, ਉਹ ਗੁਰੂ ਦੀ ਗੱਲ ਨੂੰ ਪੜ੍ਹ ਕੇ ਸੁਣ ਕੇ ਅਣਸੁਣਿਆ ਕਰ ਦਿੰਦਾ ਅਤੇ ਹੱਸਦਿਆਂ ਕਹੂਗਾ ਇਹ ਪਰਮਾਤਮਾ ਨੇ ਦੋ ਕੰਨ ਇਸ ਲਈ ਲਾਏ ਨਾ, ਇਸ ਇੱਕ ਕੰਨ ਤੋਂ ਸੁਣੋ, ਦੂਜੇ ਕੰਨੋਂ ਬਾਹਰ ਕੱਢ ਦਿਓ। ਭਾਵ ਅਮਲ ਨਹੀਂ ਕਰਨਾ। ਉਸ ਗਿਆਨ ਦਾ ਕੋਈ ਫਾਇਦਾ ਨਹੀਂ ਹੁੰਦਾ ਜਿਸ ਗਿਆਨ 'ਤੇ ਮਨੁੱਖ ਨੇ ਅਮਲ ਨਹੀਂ ਕਰਨਾ, ਉਹ ਵਿਅਰਥ ਹੈ। ਮੈਨੂੰ ਗਿਆਨ ਹੋ ਗਿਆ, ਅੰਮ੍ਰਿਤ ਵੇਲਾ ਸੱਚ ਨੋ ਵਡਿਆਈ ਵਿਚਾਰ, ਗਿਆਨ ਹੋ ਗਿਆ, ਪਰ ਨਾ ਮੈਂ ਅੰਮ੍ਰਿਤ ਵੇਲੇ ਉੱਠਾਂ, ਨਾ ਨਹਾਵਾਂ ਅਤੇ ਨਾ ਨਾਮ ਜਪਾਂ, ਨਾ ਬਾਣੀ ਪੜ੍ਹਾਂ, ਫਿਰ ਉਸ ਗਿਆਨ ਦਾ ਵੀ ਕੀ ਫਾਇਦਾ ਬਈ। ਉਹ ਕਈ ਵਾਰੀ ਮੈਂ ਉਦਾਹਰਨ ਦਿੱਤੇ, ਇੱਕ ਤੋਤਾ ਸੀ, ਮਾਲਕ ਨੂੰ ਰਟਾਤਾ, ਸ਼ਿਕਾਰੀ ਆਵੇਗਾ, ਜਾਲ ਵਿਛਾਏਗਾ, ਮੈਂ ਜਾਲ 'ਚ ਨਹੀਂ ਫਸਾਂਗਾ, ਉਹ ਰਟਾ ਲਾ ਲਿਆ। ਇੱਕ ਦਿਨ ਸੱਚੀ ਸ਼ਿਕਾਰੀ ਆ ਗਏ, ਉਹਨੇ ਜਾਲ ਵਿਛਾ ਲਿਆ, ਦਾਣੇ ਖੰਡਾਤੇ ਨੇ, ਉਹੀ ਤੋਤਾ ਦਾਣੇ ਚੁਗਲ ਲਏ, ਜਾਲ 'ਚ ਫਸ ਗਿਆ ਅਤੇ ਫਿਰ ਕਹੀ ਜਾਂਦਾ ਸ਼ਿਕਾਰੀ ਆਵੇਗਾ, ਜਾਲ ਵਿਛਾਏਗਾ, ਮੈਂ ਜਾਲ 'ਚ ਨਹੀਂ ਫਸਾਂਗਾ, ਅਤੇ ਫਸ ਗਿਆ। ਕਿਉਂ? ਗਿਆਨ ਨੂੰ ਰੱਟਾ ਲਾ ਲਿਆ, ਪ੍ਰੈਕਟੀਕਲ ਕੀਤਾ ਨਹੀਂ ਹੈਗਾ। ਪ੍ਰੈਕਟੀਕਲ ਤੋਂ ਬਿਨਾਂ ਗਿਆਨ ਵਿਅਰਥ ਹੁੰਦਾ, ਕੋਈ ਫਾਇਦਾ ਨਹੀਂ। ਸਾਇੰਸ ਵੀ ਪ੍ਰੈਕਟੀਕਲ 'ਤੇ ਖੜ੍ਹੀ ਹੈ ਅਤੇ ਧਰਮ ਵੀ ਪ੍ਰੈਕਟੀਕਲ 'ਤੇ ਖੜ੍ਹਾ। ਜਿਵੇਂ ਸਾਇੰਸ ਦੇ ਜਿਹੜੀ ਥਿਊਰੀ ਪਹਿਲੇ ਜਿੰਨਾ ਚਿਰ ਦਾ ਪ੍ਰੈਕਟੀਕਲ ਨਹੀਂ ਕਰਦੇ, ਨਹੀਂ ਤੁਹਾਡੀ ਗੱਲ ਬਣੇਗੀ, ਨਹੀਂ ਗੱਲ ਬਣੇ। ਪ੍ਰੈਕਟੀਕਲ ਕੀਤਿਆਂ ਹੀ ਗੱਲ ਬਣਦੀ ਹੈ। ਆਹ ਤਾਂ ਥਿਊਰੀ ਹੈ, ਆਪਾਂ ਕਥਾ ਨਾਲ ਇਸ ਥਿਊਰੀ ਨੂੰ ਸਮਝ ਰਹੇ ਹਾਂ, ਫਿਰ ਜੋ ਸਮਝ ਗਿਆ ਉਹਦਾ ਪ੍ਰੈਕਟੀਕਲ ਕਰਨਾ ਉਸੇ ਤਰ੍ਹਾਂ ਹੀ ਕਰਨਾ ਜਿਵੇਂ ਕਿਹਾ ਗਿਆ ਹੈ, ਫਿਰ ਜਾ ਕੇ ਕੋਈ ਗੱਲ ਬਣਦੀ। ਜ਼ਿੰਦਗੀ ਨਿਰਾ ਪੜ੍ਹਨ ਨਾਲ ਨਹੀਂ ਬਦਲਦੀ, ਪ੍ਰੈਕਟੀਕਲ ਕਰਨ ਨਾਲ ਬਦਲਦੀ ਹੈ। ਜੋ ਪੜ੍ਹਿਆ ਉਸ 'ਤੇ ਅਮਲ ਕਰਨਾ, ਫਿਰ ਜ਼ਿੰਦਗੀ ਬਦਲਦੀ। ਪੜ੍ਹ ਲਿਆ ਸ਼ਰਾਬ ਨਹੀਂ ਪੀਣੀ ਚਾਹੀਦੀ, ਫਿਰ ਪੀ ਰਿਹਾ ਹੈ, ਫਿਰ ਪੀ ਰਿਹਾ, ਫਿਰ ਜੈਸਾ ਪੜ੍ਹਿਆ ਜੈਸਾ ਨਾ ਪੜ੍ਹਿਆ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਮਨਮੁਖ ਸਦਾ ਬਗ ਮੈਲਾ, ਹਉਮੈ ਮਲ ਲਾਈ। ਮਨਮੁਖ ਤਾਂ ਐਸਾ ਬਗਲਾ ਹੈ ਜਿਹਦੇ ਅੰਦਰ ਹਉਮੈ ਦੀ ਮੈਲ ਲੱਗੀ ਹੋਈ ਹੈ। ਮਨਮੁਖ ਕਹਿੰਦੇ ਉਹਨੂੰ ਨੇ ਜਿਹੜਾ ਆਪਣੀ ਮਰਜ਼ੀ ਕਰੇ, ਅਤੇ ਜਦੋਂ ਕੋਈ ਵੀ ਕਰਮ ਜਿਹੜਾ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਹਾਂ, ਉਹ ਕਰਮ ਸਾਡੇ ਮਨ ਨੂੰ ਮੈਲ ਲਾਉਂਦਾ। ਇਸ ਲਈ ਮਨਮੁਖ ਜਿਹੜਾ ਹੈ ਇਹ ਮੈਲੇ ਬਗਲੇ ਦੀ ਤਰ੍ਹਾਂ, ਹਉਮੈ ਮਲ, ਇਹਦੇ ਹਉਮੈ ਦੀ ਮੈਲ ਲੱਗੀ ਹੋਈ ਹੈ।
ਇਸ਼ਨਾਨ ਕਰੇ, ਇਹ ਵੀ ਸਰੋਵਰਾਂ 'ਤੇ ਜਾ ਕੇ, ਦਰਿਆਵਾਂ 'ਤੇ ਜਾ ਕੇ ਇਸ਼ਨਾਨ ਕਰਦੇ, ਪਰ ਮੈਲ ਨਾ ਜਾਏ। ਪਰ ਮਨ ਦੀ ਮੈਲ ਨਹੀਂ ਜਾਂਦੀ, ਮਨ ਦੀ ਮੈਲ ਨਹੀਂ ਜਾਂਦੀ। ਉਹਨੂੰ ਪਤਾ ਹੀ ਨਹੀਂ ਕਿ ਮਨ ਦੀ ਮੈਲ ਲਹੇਗੀ ਕਿਵੇਂ। ਉਹ ਤਾਂ ਲੋਕਾਂ ਨੂੰ ਵੇਖਦਾ, ਆਜ ਸਰੋਵਰ 'ਚ ਨਹਾ ਰਹੇ ਲੋਕ ਜੀ ਹਨ। ਉਹ ਜਿਹੜੇ ਸਰੋਵਰਾਂ 'ਚ ਨਹਾ ਰਹੇ ਨਾ, ਦਰਿਆਵਾਂ 'ਚ ਨਹਾ ਰਹੇ, ਮਨ ਦੀ ਮੈਲ ਲਾਉਣ ਲਈ ਕੋਈ ਨਹੀਂ ਨਹਾ ਰਹੇ। ਉਹ ਤਾਂ ਕਹੇ ਸੱਚੇ ਪਾਤਸ਼ਾਹ ਮੈਨੂੰ ਪੁੱਤਰ ਦੇ ਦੇ, ਮੈਨੂੰ ਨੌਕਰੀ ਦੇ ਦੇ, ਮੈਨੂੰ ਆਹ ਦੇ ਦੇ, ਮੈਨੂੰ ਆਹ ਦੇ ਦੇ, ਬਸ। ਪੁੱਛ ਰਿਹਾ ਪੰਚਮੀ ਦੇ ਲੋਕ ਤੇ ਨਹਾਉਣ ਦੇ, ਪੁੱਛ ਰਹੇ ਤੁਸੀਂ ਸੱਚੇ ਕੀ ਕਰਨਾ ਹੈ ਜੀ? ਉਹ ਜੀ ਮੈਂ ਸੁੱਖਿਆ ਸੀ ਮੇਰੇ ਘਰ ਪੁੱਤਰ ਆ ਜੀ, ਮੈਂ 12 ਪੰਚਮੀਆਂ ਨਹਾਊਂਗਾ, ਮੈਂ ਤਾਂ ਇਸ ਲਈ ਨਹਾ ਰਿਹਾ ਜੀ। ਮਨ ਦੀ ਮੈਲ ਲਾਉਣ ਲਈ ਕੋਈ ਨਹੀਂ ਨਹਾਉਂਦਾ। ਇਹ ਤਾਂ ਬਾਹਰੋਂ ਮੈਲ ਲੈਂਦੀ ਹੈ, ਉਹ ਵੀ ਜੇ ਪਾਣੀ ਸਾਫ਼ ਹੋਵੇ ਤਾਂ। ਇੱਕ ਵਾਰੀ ਗੰਗਾ ਚਲੇ ਗਏ, ਜੱਗੇ ਜਾਣਾ ਸੀ ਹੇਮਕੁੰਟ ਸਾਹਿਬ, ਕਹਿ ਜੀ ਨਹਾ ਲਿਓ। ਮਿਸਿਸ ਕਹਿੰਦੀ ਨਹਾ ਲਈਏ। ਮੈਂ ਗਿਆ, ਸਾਉਣ ਭਾਦੋਂ ਦਾ ਮਹੀਨਾ ਸੀ, ਉਹ ਗੰਦਾ ਪਾਣੀ, ਮੈਂ ਨਹੀਂ ਨਹਾਉਂਦਾ। ਉਹ ਤਾਂ ਸਗੋਂ ਮੇਰੇ ਸਰੀਰ ਮੈਲਾ ਹੋ ਜਾਊਗਾ, ਮੈਂ ਨਹੀਂ ਨਹਾਉਂਦਾ। ਅਗਲੇ ਦਿਨ ਸਵੇਰੇ ਫਿਰ ਗਏ, ਕਹਿੰਦੇ ਫਿਰ ਪਤਾ ਨਹੀਂ ਕਦੇ ਆਉਣਾ ਕਿ ਨਹੀਂ ਆਉਣਾ, ਚੱਲ ਨਹਾ ਹੀ ਲਓ। ਨਾ ਚਾਹੁੰਦੇ, ਮੈਂ ਚੱਲ ਬੀਬੀ ਕਹਿੰਦੇ ਨਹਾ ਹੀ ਲੈਂਦੇ ਹਾਂ। ਮੈਂ ਨਹੀਂ ਨਹਾਉਂਦਾ ਹੈਗਾ ਸਰੋਵਰਾਂ ਸਰਾਹੀਤ। ਇਹ ਕਹਿੰਦਾ ਨਹੀਂ ਜੀ ਤੁਹਾਨੂੰ ਖੰਘ ਲੱਗੀ ਰਹਿੰਦੀ ਹੈ, ਚਲੋ ਫਲਾਣੇ ਸਰੋਵਰ 'ਚ ਨਹਾਓ। ਮੈਂ ਚੱਲ ਨਹਾ ਲੈਂਦੇ ਭਾਈ, ਤੂੰ ਨਾ ਕਹੀਂ ਨਹਾਤੇ ਨਹੀਂ। ਉਹ ਨਹਾ ਕੇ ਬਾਹਰ ਨਿਕਲ, ਦੇ ਨਿੱਛਾਂ ਤੇ ਨਿੱਛਾਂ, ਦੇ ਨਿੱਛਾਂ। ਮੈਂ ਕਿਉਂ ਲੈ ਲੈ ਸਵਾਦ, ਹੁਣ ਚਾਹ ਪਿਲਾਉਣ ਤਾਂ ਕਿ ਥੋੜ੍ਹੀ ਠੀਕ ਹੋਵੇ। ਹਾਂਜੀ, ਸੋ ਇਸ ਲਈ ਇਹ ਪਾਣੀ ਬਾਹਰਲੀ ਮੈਲ ਲਾਉਂਦਾ ਹੈ, ਮਨ ਦੀ ਮੈਲ ਨਹੀਂ ਲਾਉਂਦਾ। ਜੇ ਮਨ ਦੀ ਮੈਲ ਲਾਉਂਦੀ ਫਿਰ ਮੌਜਾਂ ਹੀ ਬੜੀਆਂ ਸੀ। ਜਾ ਕੇ ਨਹਾਇਓ, ਨਾ ਬਾਣੀ ਪੜ੍ਹਨ ਦੀ ਲੋੜ, ਨਾ ਸਿਮਰਨ ਦੀ ਕਰਨ ਦੀ ਲੋੜ, ਨਾ ਅੰਮ੍ਰਿਤ ਵੇਲੇ ਉੱਠਣ ਦੀ ਲੋੜ। ਸਾਰੀ ਬਾਣੀ, ਸਾਰੇ ਸਿਮਰਨ ਦਾ ਮਤਲਬ ਮਨ ਨੂੰ ਸਾਫ਼ ਕਰਨਾ, ਅਤੇ ਨਹਾਉਣ ਨਾਲ ਹੀ ਮਨ ਸਾਫ਼ ਹੋ ਜਾਏ। ਫਿਰ ਆਹ ਕੁਛ ਕਰਨ ਦੀ ਲੋੜ ਹੀ ਨਹੀਂ, ਫਿਰ ਤਾਂ ਮੌਜਾਂ ਹੀ ਬੜੀਆਂ ਨੇ। 5 ਮਿੰਟ ਸਭ ਕੁਛ ਮਿਲ ਜਾਏਗਾ। ਜਿਵੇਂ ਇੱਕ ਗੁਰਦੁਆਰੇ ਗਿਆ, ਕਹਿੰਦੇ ਜਿਹੜਾ ਇਸ ਮੋਰੀ ਦੇ ਵਿੱਚੋਂ ਲੰਘੇਗਾ ਨਾ 84 ਕੱਟੀ ਜਾਏਗੀ। ਮੈਂ ਵਾਹ, ਮੌਜਾਂ ਬੜੀਆਂ ਨੇ। ਮੈਂ 3-4 ਵਾਰੀ ਲੰਘ ਗਿਆ, ਮੈਂ 3-4 ਜਣਾਂ ਦੀ ਮੇਰੀ 84 ਕੱਟੀ ਗਈ। ਮੈਂ ਇੱਕ ਵਾਰੀ ਕੀ ਲੰਘਣਾ, ਇੱਕ ਵਾਰ ਲੰਘ ਗਿਆ, ਫਿਰ ਦੂਜੀ ਤੀਜੀ ਵਾਰ ਲੰਘ ਗਿਆ। ਮੈਂ ਚੱਲ ਉਹਦੇ ਵਿੱਚ ਲੰਘਣ ਨਾਲ 84 ਕੱਟੀ ਜਾਂਦੀ ਹੋਵੇ ਤਾਂ ਫਿਰ ਇੰਨੀ ਭਜਨ ਬੰਦਗੀ ਕਰਨ ਦੀ ਕੀ ਲੋੜ ਹੈ ਜੀ? ਉੱਥੇ ਜਾ ਕੇ ਲੰਘ ਜਾਓ ਵਿੱਚੋਂ। ਜਿਵੇਂ ਧਮਧਾਨ ਸਾਹਿਬ ਉਹਨਾਂ ਨੇ ਜੋੜ ਦੇ ਆਪ ਹੀ ਬੋਰਡ ਲਾ ਲਿਆ ਪ੍ਰਬੰਧਕਾਂ ਨੇ, ਵੀ ਨਹੀਂ ਆਉਂਦੇ ਹੁਣ ਨਾ ਲੋਕ। ਉਹ ਜਿਹੜਾ ਹਜ਼ੂਰ ਸਾਹਿਬ ਜਾਏਗਾ ਜੀ, ਉਹ ਜੇ ਪਹਿਲਾਂ ਧਮਧਾਨ ਸਾਹਿਬ ਆਵੇਗਾ ਤਾਂ ਉਹਦੀ ਹਜ਼ੂਰ ਸਾਹਿਬ ਦੀ ਯਾਤਰਾ ਸਫਲ ਹੋਵੇਗੀ। ਉਹਨਾਂ ਨੇ ਪੁੱਛੇ ਵੀ ਇਹ ਤੁਹਾਨੂੰ ਕਿੰਨੇ ਕਿ ਉੱਥੇ ਤਾਂ ਨਵੇਂ ਪਾਤਸ਼ਾਹ ਆਏ ਸਨ, ਅਤੇ ਨਵੇਂ ਪਾਤਸ਼ਾਹ ਵੇਲੇ ਹਜ਼ੂਰ ਸਾਹਿਬ ਹੁੰਦਾ ਹੀ ਨਹੀਂ ਸੀ। ਉਹ ਤਾਂ 10ਵੇਂ ਪਾਤਸ਼ਾਹ ਵੇਲੇ ਜਾ ਕੇ ਹੋਇਆ। ਅਤੇ ਕਹਿ ਕੇ ਕੌਣ ਬਸ ਆਪੇ ਹੀ ਨਾਲ। ਚਲੋ ਹੁਣ ਲੋਕ ਆ ਜੀ, ਹਾਂ ਸਾਨੂੰ ਵੀ ਜਿਹੜਾ ਲੈ ਕੇ ਜਾਂਦਾ ਸੀ ਬੱਸਾਂ 'ਤੇ, ਉਹ ਪਹਿਲਾਂ ਉੱਥੇ ਧਮਧਾਨ ਸਾਹਿਬ ਲੈ ਕੇ ਜਾਂਦਾ। ਮੈਂ ਹੁਣ ਅੰਮ੍ਰਿਤਸਰ ਵਾਲਾ ਜੀ, ਧਮਧਾਨ ਸਾਹਿਬ ਪਹਿਲਾਂ ਆਵੇ ਫਿਰ ਹਜ਼ੂਰ ਸਾਹਿਬ ਨੂੰ ਜਾਵੇ। ਆਪ ਹੀ ਲਿਖ ਲੈਂਦੇ ਗੁਰਦੁਆਰੇ ਵਾਲੇ, ਵਿੱਚ ਰੌਣਕ ਮੇਲਾ ਹੋ ਜਾਏਗਾ, ਰੌਣਕ ਮੇਲਾ ਹੋ ਜਾਏਗਾ। ਜੋ ਮੈਂਬਰਾਂ ਅਤੇ ਮਗਰੋਂ ਕੋਈ ਕਹਿ ਦੇ, ਬਾਬਾ ਜਾਂਦੇ ਕਹਿ ਗਏ ਸੀ ਵੀ ਹਰ ਐਤਵਾਰ ਨੂੰ ਜਿਹੜਾ ਇੱਥੇ ਆਵੇਗਾ 5 ਐਤਵਾਰ ਅਤੇ ਇੱਥੇ ਬੈਠ ਕੇ ਫਲਾਣਾ ਪਾਠ ਕਰੇਗਾ, ਉਹਦੀ ਇੱਛਾ ਪੂਰੀ ਹੋ ਜਾਏਗੀ। ਲੋਕ ਆਉਣ ਲੱਗ ਜਾਣਗੇ। ਹਾਂਜੀ, ਬਾਬਾ ਜਾਂਦੇ ਕਹਿ ਗਏ ਨੇ। ਹਾਂਜੀ, ਪਤਾ ਨਹੀਂ ਬਾਬੇ ਨੇ ਕਿਹਾ ਕਿ ਨਹੀਂ ਕਿਹਾ, ਠੀਕ ਹੈ, ਰੌਣਕ ਹੋਣ ਲੱਗ ਗਈ। ਚਲੋ ਤਾਂ ਫਿਰ ਹੀ ਬਾਣੀ ਪੜ੍ਹਦੇ, ਨਾਮ ਜਪਦੇ ਨੇ। ਤਾਂ ਕਹਿੰਦੇ ਨੇ ਮਨੁੱਖ ਜਿੰਨੇ ਮਰਜ਼ੀ ਇਸ਼ਨਾਨ ਕਰ ਲੈ, ਇਹਦੇ ਮਨ ਦੀ ਮੈਲ ਨਹੀਂ ਜਾਂਦੀ। ਇਸ਼ਨਾਨ ਕਰੇ ਪਰ ਮੈਲ ਨਾ ਜਾਏ। ਇਹ ਨਹਾਉਂਦਾ ਤਾਂ ਹੈ ਪਰ ਇਹਦੀ ਮੈਲ ਨਹੀਂ ਜਾਂਦੀ। ਜੀਵਤ ਮਰੈ ਗੁਰ ਸ਼ਬਦ ਵਿਚਾਰੈ, ਹਉਮੈ ਮੈਲ ਚੁਕਾਵਣੈ। ਹੁਣ ਇਹ ਮੈਲ ਲਹੇਗੀ ਕਿਵੇਂ? ਜੀਵਤ ਮਰੈ ਗੁਰ ਸ਼ਬਦ ਵਿਚਾਰ। ਜਿਹੜਾ ਗੁਰੂ ਦੇ ਸ਼ਬਦ ਨੂੰ ਜਪਦਾ ਰਹਿੰਦਾ, ਉਹਦੇ ਅੰਦਰ ਹਉਮੈ ਖਤਮ ਹੋ ਜਾਂਦੀ। ਉਹਨੂੰ ਕਹੇ ਜੀਵਤ ਮਰਨਾ। ਨਾਮ ਜਪੀ ਜਾਓ, ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ। ਜਦੋਂ ਅੰਦਰੋਂ ਹਉਮੈ ਖਤਮ ਹੋ ਜਾਏਗੀ, ਫਿਰ ਕੀ ਹੋਏਗਾ? ਹਉਮੈ ਮੈਲ ਚੁਕਾਵਣ, ਹਉਮੈ ਦੀ ਮੈਲ ਵੀ ਖਤਮ ਹੋ ਜਾਏਗੀ। ਹਉਮੈ ਕਾਰੀ ਮੈਲ ਲੱਗੀ, ਹਉਮੈ ਹੀ ਖਤਮ ਹੋ ਗਈ ਅਤੇ ਮੈਲ ਵੀ ਨਾਲ ਖਤਮ ਹੋ ਗਈ। ਸੋ ਨਾਮ ਜਪਣ ਨਾਲ ਅੰਦਰੋਂ ਮੈਲ ਖਤਮ ਹੋਣੀ ਹੈ। ਰਤਨ ਪਦਾਰਥ ਘਰ 'ਤੇ ਪਾਇਆ,
ਪੂਰੈ ਸਤਿਗੁਰ ਸ਼ਬਦ ਸੁਣਾਇਆ, ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣ ਆਪ ਪਛਾਨਣੇ। ਰਤਨ ਪਦਾਰਥ ਘਰ ਦੇ ਪਾਇਆ। ਰਤਨ ਪਦਾਰਥ ਭਾਵ ਨਾਮ। ਨਾਮ ਅੰਦਰੋਂ ਹੀ ਪ੍ਰਾਪਤ ਹੋ ਗਿਆ। ਉਹ ਕਿਵੇਂ ਹੋਇਆ ਪ੍ਰਾਪਤ? ਪੂਰਾ ਸਤਿਗੁਰ ਸ਼ਬਦ ਸੁਣਾਏ। ਜਿਹਦਾ ਪੂਰੇ ਗੁਰੂ ਨੇ ਗੁਰਮੰਤਰ ਦੀ ਦਾਤ ਦਿੱਤੀ, ਫਿਰ ਇਸ ਬੰਦੇ ਨੇ ਗੁਰਮੰਤਰ ਦਾ ਜਾਪ ਕੀਤਾ, ਇਹਨੂੰ ਅੰਦਰੋਂ ਰਤਨ ਪਦਾਰਥ, ਨਾਮ ਰੂਪੀ ਪਦਾਰਥ ਇਹਨੂੰ ਪ੍ਰਾਪਤ ਹੋ ਗਿਆ। ਨਾਮ ਮਿਲ ਗਿਆ ਕਿ ਰੱਬ ਮਿਲ ਗਿਆ, ਇੱਕੋ ਹੀ ਗੱਲ। ਬਸ ਗੁਰੂ ਦੇ ਸ਼ਬਦ ਦਾ ਜਾਪ ਕਰੀ ਜਾਣਾ, ਕਰੀ ਜਾਣਾ, ਵਾਹਿਗੁਰੂ 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 ਕਰੀ ਜਾਣਾ, ਅਤੇ ਬਾਣੀ ਅਨੁਸਾਰ ਜੀਵਨ ਜਿਵੇਂ ਜਾਣਾ। ਗੁਰ ਪ੍ਰਸਾਦ ਮਿਟਿਆ ਅੰਧਿਆਰਾ। ਫਿਰ ਗੁਰੂ ਦੀ ਕਿਰਪਾ ਹੋ ਜਾਏਗੀ। ਜੇ ਅਸੀਂ ਨਾਮ ਜਪੀ ਜਾਵਾਂਗੇ, ਜਪੀ ਜਾਵਾਂਗੇ, ਜਪੀ ਜਾਵਾਂਗੇ, ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਏਗਾ। ਮਿਟਿਆ ਅੰਧਿਆਰਾ। ਅੰਧਿਆਰਾ ਮੈਨੇ ਹਨੇਰਾ। ਕਾਹਦਾ ਹਨੇਰਾ? ਅਗਿਆਨਤਾ ਦਾ। ਅਗਿਆਨਤਾ ਦਾ ਹਨੇਰਾ ਖਤਮ ਹੋ ਜਾਏਗਾ। ਘਟ ਚਾਨਣ ਆਪ ਪਛਾਨਣੇ। ਘਟ ਹੁੰਦਾ ਸਰੀਰ, ਅੰਦਰ ਚਾਨਣ ਹੋ ਜਾਏਗਾ। ਕਾਹਦਾ? ਗਿਆਨ ਦਾ। ਅੰਦਰ ਗਿਆਨ ਰੂਪੀ ਚਾਨਣ ਹੋ ਜਾਏਗਾ। ਫਿਰ ਮਨੁੱਖ ਨੂੰ ਆਪ ਪਛਾਨਣੇ, ਆਪਣੇ ਆਪ ਦੀ ਪਹਿਚਾਣ ਹੋਏਗੀ ਕਿ ਮੈਂ ਕੌਣ ਹਾਂ। ਜਦੋਂ ਆਪਣੇ ਆਪ ਦਾ ਪਤਾ ਲੱਗਾ ਕਿ ਮੈਂ ਕੌਣ ਹਾਂ, ਉੱਥੇ ਜਾ ਕੇ ਤੇ ਭਗਤਾਂ ਨੇ ਕਿਹਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਿ ਹੇ ਪਰਮਾਤਮਾ, ਤੇਰੇ ਅਤੇ ਮੇਰੇ ਵਿੱਚ, ਮੇਰੇ ਅਤੇ ਤੇਰੇ ਵਿੱਚ ਹੁਣ ਫਰਕ ਹੀ ਕੋਈ ਨਹੀਂ ਰਿਹਾ। ਇਹ ਬੰਦਾ ਉਦੋਂ ਰੱਬ ਰੂਪ ਹੋ ਜਾਂਦਾ ਜਦੋਂ ਇਹਦੇ ਅੰਦਰ ਗਿਆਨ ਦਾ ਚਾਨਣ ਹੁੰਦਾ, ਔਰ ਨਾਮ ਜਪ ਜਪ ਕੇ ਹੋਵੇਗਾ। ਫਿਰ ਉਹਨੂੰ ਪਤਾ ਲੱਗਦਾ ਕਿ ਮੈਂ ਸਾਰੀ ਉਮਰ ਜਿਹਦਾ ਨਾਮ ਜਪ ਰਿਹਾ, ਤਾਂ ਮੈਂ ਆਪ ਹੀ ਸੀ। ਮੇਰੇ ਅਤੇ ਪਰਮਾਤਮਾ 'ਚ ਫਰਕ ਹੀ ਕੋਈ ਨਹੀਂ ਰਹੇਗਾ। ਮੇਲ ਹੀ ਉਦੋਂ ਹੁੰਦਾ ਜਾ ਕੇ ਪਰਮਾਤਮਾ ਨਾਲ, ਜਦ ਦੋਨਾਂ 'ਚ ਫਰਕ ਕੋਈ ਨਾ ਰਹੇ। ਜੇ ਫਰਕ ਹੈ ਤਾਂ ਫਿਰ ਮੇਲ ਨਹੀਂ ਹੋਇਆ ਕਰਦਾ, ਫਿਰ ਅਗਲੇ ਜਨਮ ਲੈਣੇ ਪੈਂਦੇ। ਆਪ ਉਪਾਏ ਤੈ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲਿਖੈ। ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਾਵਣੇ। ਆਪ ਉਪਾਏ। ਉਪਾਏ ਮੈਨੂੰ ਪੈਦਾ ਕਰਨਾ। ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ, ਤੈ ਹੁੰਦਾ ਅਤੇ ਆਪੇ ਵੇਖੈ, ਅਤੇ ਜੀਵਨ ਨੂੰ ਫਿਰ ਦੇਖਭਾਲ ਵੀ ਆਪ ਹੀ ਕਰਦਾ। ਮੰਨ ਲਓ ਕੋਈ ਮੈਂ ਦਰਖਤ ਬੀਜੇ, ਅਤੇ ਫਿਰ ਉਹਦੀ ਦੇਖਭਾਲ ਵੀ ਕਰਦਾ, ਮੈਂ ਪਾਣੀ ਵੀ ਲਾਉਣਾ, ਗੋਡੀ ਵੀ ਕਰਦਾ। ਜੇ ਮੈਂ ਬੱਚੇ ਪੈਦਾ ਕੀਤੇ, ਮੈਂ ਉਹਨਾਂ ਦੀ ਦੇਖਭਾਲ ਵੀ ਕਰਦਾ ਕਿ ਮੈਂ ਪੈਦਾ ਕੀਤੇ ਨੇ। ਪਰਮਾਤਮਾ ਇਹ ਸ੍ਰਿਸ਼ਟੀ ਪੈਦਾ ਕਰਦਾ ਹੈ, ਫਿਰ ਇਸ ਦੀ ਦੇਖਭਾਲ ਵੀ ਕਰਦਾ, ਇਹਦੇ ਖਾਣ ਪੀਣ ਨੂੰ ਸਭ ਕੁਛ ਪੈਦਾ ਕਰਦਾ। ਪਰਮਾਤਮਾ ਬੱਚੇ ਨੂੰ ਪੈਦਾ ਕਰਨ ਤੋਂ ਪਹਿਲਾਂ ਉਹਦੀ ਮਾਂ ਦੀ ਛਾਤੀ ਵਿੱਚ ਦੁੱਧ ਪੈਦਾ ਕਰਦਾ, ਵੀ ਤਾਂ ਜੋ ਬੱਚਾ ਜਿਹੜਾ ਹੈ ਉਹਨੇ ਦੁੱਧ ਪੀਣਾ ਜੰਮਦੇ ਸਾਰ, ਉਹ ਪਹਿਲੇ ਹੀ ਪ੍ਰਬੰਧ ਕੀਤਾ ਹੁੰਦਾ। ਮਾਤਾ ਦੀ ਛਾਤੀ ਪਹਿਲੇ ਦੁੱਧ ਦਾ ਪ੍ਰਬੰਧ ਕੀਤਾ ਹੁੰਦਾ। ਹਾਂ, ਕਿਤੇ ਕਿਤੇ ਐਸੇ ਮਿਲ ਜਾਂਦੀ ਉਦਾਹਰਨ, ਜਦੋਂ ਮਾਤਾ ਦੀ ਛਾਤੀ ਦੁੱਧ ਆਏ ਹੀ ਨਹੀਂ, ਬੱਚਾ ਤਾਂ ਪੈਦਾ ਹੋ ਗਿਆ, ਉਹ ਦੁੱਧ ਹੀ ਨਹੀਂ ਬੱਚੇ ਨੂੰ ਪਿਲਾ ਸਕੇ। ਕਿਤੇ ਕਿਤੇ ਇਸ ਤਰ੍ਹਾਂ ਹੁੰਦਾ। ਨਹੀਂ ਤਾਂ ਪਰਮਾਤਮਾ ਪਹਿਲਾਂ ਦੁੱਧ ਪੈਦਾ ਕਰਦਾ ਛਾਤੀ ਵਿੱਚ, ਜੇ ਬੱਚੇ ਨੇ ਪੀਣਾ ਉਸਨੂੰ, ਉਹ ਤੋਂ ਬਾਅਦ ਬੱਚਾ ਪੈਦਾ ਕਰਦਾ। ਸੋ ਇਸ ਲਈ ਪਰਮਾਤਮਾ ਨੇ ਬਾਈਬਲ 'ਚ ਲਿਖਿਆ ਹੈ, ਪਰਮਾਤਮਾ ਨੇ ਪਹਿਲਾਂ ਪਾਣੀ ਬਣਾਇਆ, ਫਿਰ ਧਰਤੀ ਬਣਾਈ, ਫਿਰ ਇਸ 'ਤੇ ਫਲਦਾਰ ਦਰਖਤ ਬਣਾਏ, ਪਹਾੜ ਬਣਾਏ, ਜੰਗਲ ਬਣਾਏ, ਜੀਵ ਜੰਤੂ ਬਣਾਏ, ਅਖੀਰ ਦੇ ਵਿੱਚ ਮਨੁੱਖ ਬਣਾਇਆ। ਭਾਵ ਜੀਵ ਪੈਦਾ ਕੀਤੇ, ਜੀਵਾਂ ਦੇ ਖਾਣ ਲਈ ਵੀ ਪਰਮਾਤਮਾ ਨੇ ਸਭ ਕੁਛ ਪਹਿਲਾਂ ਪੈਦਾ ਕੀਤਾ, ਜੀਵ ਬਾਅਦ 'ਚ ਬਣਾਇਆ। ਅਤੇ ਬਾਣੀ ਵੀ ਇਹੀ ਕਹਿੰਦੀ ਕਿ ਜੀਵ ਬਾਅਦ 'ਚ ਧਰਤੀ 'ਤੇ ਹੈ, ਪਰਮਾਤਮਾ ਨੇ ਇਹਦੇ ਖਾਣ ਪੀਣ ਲਈ ਸਭ ਕੁਝ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਸੀ। ਸੋ ਗੁਰੂ ਮਹਾਰਾਜ ਕਹਿੰਦੇ, ਆਪ ਉਪਾਏ ਤੈ ਆਪੇ ਵੇਖ। ਆਪ ਹੀ ਜੀਵਨ ਪੈਦਾ ਕਰਦਾ, ਆਪ ਹੀ ਉਹਨਾਂ ਦੀ ਦੇਖਭਾਲ ਕਰਦਾ। ਸਤਿਗੁਰ ਸੇਵੈ ਸੋ ਜਨ ਲਿਖ।
ਉਸੇ ਵਿਅਕਤੀ ਦਾ ਜੀਵਨ ਲੇਖੇ ਵਿੱਚ ਹੈ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ, ਜਿਹੜਾ ਗੁਰੂ ਦੇ ਆਖੇ ਲੱਗਦਾ ਹੈ। ਅਸਲ ਸੇਵਾ ਹੁੰਦੀ ਹੈ ਹੁਕਮ ਮੰਨਣਾ। ਫਲਾਣਾ ਬੱਚਾ ਜੇ ਆਪਣੇ ਮਾਂ ਪਿਓ ਦੀ ਬੜੀ ਸੇਵਾ ਕਰਦਾ, ਭਾਵ ਉਹਨਾਂ ਦਾ ਹੁਕਮ ਮੰਨਦਾ ਹੈ, ਜਿਵੇਂ ਮਾਂ ਪਿਓ ਕਹਿੰਦੇ ਉਵੇਂ ਹੀ ਕਰਦਾ, ਇਹੀ ਅਸਲ 'ਚ ਸੇਵਾ ਹੈ। ਮੰਨ ਲਓ ਮੇਰਾ ਸਿਰ ਦੁਖ ਰਿਹਾ, ਮੈਂ ਆਪਣੇ ਬੱਚੇ ਨੂੰ ਕਹਿੰਦਾ ਕਾਕਾ ਮੇਰਾ ਸਿਰ ਕੁੱਟ ਦੇ, ਉਹ ਕਹਿੰਦੇ ਨਹੀਂ ਡੈਡੀ ਮੈਂ ਸਿਰ ਨਹੀਂ ਕੁੱਟ, ਮੈਂ ਤੇਰਾ ਲੱਤਾਂ ਕੁੱਟ ਦੇਣਾ। ਕਰ ਤੇ ਸੇਵਾ ਹੀ ਰਿਹਾ ਆਪਣੇ ਵੱਲੋਂ, ਲੱਤਾਂ ਕੁੱਟ ਰਿਹਾ, ਪਰ ਉਹ ਜੋ ਮੈਂ ਉਹਨੂੰ ਕਹਿ ਰਿਹਾ ਉਹ ਨਹੀਂ ਕਰ ਰਿਹਾ, ਇਸ ਲਈ ਮੇਰੀ ਖੁਸ਼ੀ ਉਸ 'ਤੇ ਨਹੀਂ ਹੋਵੇਗੀ। ਅਸਲ ਸੇਵਾ ਹੁੰਦੀ ਹੁਕਮ ਮੰਨਣਾ। ਜਿਵੇਂ ਦੀਵਾਨ ਚੱਲ ਰਹੇ, ਦਾਲ ਵਰਤਾਉਣ ਵਾਲੇ ਘੱਟ ਸਨ ਬੰਦੇ, ਰੋਟੀਆਂ ਵਰਤਾਉਣ ਵਾਲੇ ਜ਼ਿਆਦਾ ਸਨ। ਇੱਕ ਮੁੰਡੇ ਨੇ ਕਿਹਾ ਕਾਕਾ ਤੂੰ ਰੋਟੀਆਂ ਵਰਤਾਉਣੀ ਬੰਦ ਕਰ ਦੇ, ਦਾਲ ਵਰਤਾ। ਕਿ ਨਾ ਜੀ ਮੈਂ ਤਾਂ ਰੋਟੀਆਂ ਵਰਤਾਉਂ। ਮੈਂ ਨਹੀਂ ਕਾਕਾ ਰੋਟੀਆਂ ਵਾਲੇ ਤਾਂ ਪਹਿਲੀ ਬਾਤ ਤੂੰ ਦਾਲ ਵਰਤਾ, ਕਰਨੇ ਜੀ ਮੈਂ ਰੋਟੀਆਂ ਵਰਤਾਉਂ। ਮੈਂ ਕਿਉਂ? ਕਹਿੰਦਾ ਦਾਲ ਨਾਲ ਮੇਰੀ ਪੈਂਟ ਲਿਬੜੇਗੀ ਜੀ। ਠੀਕ ਹੈ, ਨਵਾਂ ਬੰਦਾ ਸ਼ਾਇਦ ਇਹੀ ਸੋਚਦਾ, ਸੇਵਾ ਦਾ ਜਿਹੜਾ ਹੁੰਦਾ ਇਹ ਨਹੀਂ ਦੇਖਿਆ ਕਰਦਾ। ਹੁਣ ਜਿਹੜੇ ਜੂਠੇ ਭਾਂਡੇ ਮਾਂਜਦੇ ਨੇ ਲੋਕ, ਉਹਨਾਂ ਦੇ ਕੱਪੜੇ ਵੀ ਤਾਂ ਗਿੱਲੇ ਗੁੱਲੇ ਹੋ ਜਾਂਦੇ ਨੇ, ਛਿੱਟਾਂ ਵੀ ਤਾਂ ਪੈ ਜੂਠ ਦੀ। ਜੋ ਆਪਣੇ ਚਿੱਟੇ ਕੱਪੜਿਆਂ ਨੂੰ ਵੇਖੀ ਜਾਣ ਫਿਰ ਨਹੀਂ ਸੇਵਾ ਕਰ ਸਕਦੇ ਉਹ। ਸੋ ਅਸਲ ਸੇਵਾ ਹੁੰਦਾ ਹੁਕਮ ਮੰਨਣਾ। ਸਤਿਗੁਰ ਸੇਵੈ ਸੋ ਜਨ ਲਿਖ, ਉਸੇ ਮਨੁੱਖ ਦਾ ਜੀਵਨ ਹੀ ਲੇਖੇ ਵਿੱਚ ਹੈ, ਪਾਪ ਪ੍ਰਵਾਨ ਹੈ ਜਿਹੜਾ ਗੁਰੂ ਦੀ ਸੇਵਾ ਕਰਦਾ। ਫਿਰ ਕੀ ਹੋਏਗਾ ਸੇਵਾ ਕਰਕੇ? ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਵਨੇ। ਫਿਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਉਹਦੇ ਹਿਰਦੇ 'ਚ ਵਸ ਜਾਂਦਾ। ਫਿਰ ਜੋ ਸੇਵਾ ਕਰਦਾ ਫਿਰ ਗੁਰੂ ਕਿਰਪਾ ਕਰਦਾ, ਅਤੇ ਸਭ ਤੋਂ ਵੱਡੀ ਕਿਰਪਾ ਉਹਦੇ ਅੰਦਰ ਨਾਮ ਵਸਾ ਦੇਣਾ। ਵੀ ਲੈ ਹੁਣ ਭਰਾ ਜਪਦਾ ਰਹਿ ਨਾਮ ਤੋਂ, ਇਹ ਸਭ ਤੋਂ ਵੱਡੀ ਦਾਤ ਹੈ। ਪਰਮਾਤਮਾ ਦੇ ਗੁਰੂ ਦੇ ਦਰ ਤੋਂ ਮਨੁੱਖ ਨੂੰ ਸਭ ਤੋਂ ਵੱਡੀ ਦਾਤ ਜੇ ਮਿਲਦੀ ਹੈ ਉਹ ਨਾਮ ਦੀ ਮਿਲਦੀ ਹੈ, ਕਿਉਂਕਿ ਨਾਮ ਦੇ ਵਿੱਚ ਸਭ ਕੁਛ ਹੈ। ਕਹਿੰਦੇ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ। ਤੁਸੀਂ ਨਾਮ ਜਪੀ ਜਾਓ, ਤੁਹਾਨੂੰ ਸਭ ਕੁਛ ਮਿਲ ਸਕਦਾ ਹੈ। ਨਾਮ ਦੇ ਵਿੱਚ ਸਭ ਕੁਛ ਹੈ, ਬਿਨਾਂ ਮੰਗਿਆਂ ਆਪਣੇ ਆਪ ਹੀ ਮਿਲੀ ਜਾਵੇਗਾ, ਕਿਉਂਕਿ ਜਿਹਦਾ ਅਸੀਂ ਨਾਮ ਜਪਦੇ ਹਾਂ ਉਹਨੂੰ ਸਾਡਾ ਪਤਾ ਹੈ, ਉਹਨੂੰ ਸਾਡੀਆਂ ਲੋੜਾਂ ਦਾ ਪਤਾ ਹੈ, ਸਭ ਕਰੀ ਜਾਏਗਾ। ਬਸ ਨਾਮ ਜਪਣਾ, ਬਸ ਆਪੇ ਪਰਮਾਤਮਾ ਬਿਧ ਬਣਾਏ ਜੇ ਤੁਹਾਡੇ ਕਾਰਜ ਰਸ ਕਰਦਾ ਤੁਰਿਆ ਜਾਏਗਾ। ਸੋ ਇਹ ਗੁਰੂ ਦੀ ਕਿਰਪਾ ਨਾਲ ਫਿਰ ਨਾਮ ਹਿਰਦੇ 'ਚ ਵਸ ਜਾਂਦਾ ਹੈ। ਬੰਦਾ ਫਿਰ ਮਰਨ ਤੱਕ ਨਾਮ ਜਪਦਾ ਰਹਿੰਦਾ ਹੈ। ਮਾਝ ਮਹਿਲਾ ਤੀਜਾ। ਅੱਗੇ ਤੀਸਰੇ ਪਾਤਸ਼ਾਹ ਫਿਰ ਕਹਿੰਦੇ, ਮਾਇਆ ਮੋਹ ਜਗਤ ਸਬਾਇਆ, ਤ੍ਰੈ ਗੁਣ ਦੀਸੈ ਮੋਹੇ ਮਾਇਆ, ਗੁਰ ਪ੍ਰਸਾਦੇ ਕੋ ਵਿਰਲਾ ਬੂਝੈ, ਚੌਥੈ ਪਦ ਲਿਵ ਲਾਵਣਿਆ। ਮਾਇਆ ਮੋਹ ਜਗਤ ਸਬਾਇਆ, ਸਾਰੇ ਸੰਸਾਰ ਦੇ ਵਿੱਚ ਮਾਇਆ ਦਾ ਮੋਹ ਹੈ। ਸਾਰੇ ਲੋਕ ਮਾਇਆ ਦੇ ਮੋਹ ਵਿੱਚ ਹਨ। ਮਾਇਆ ਦੀ ਖਾਤਰ ਹੀ ਸਵੇਰ ਤੋਂ ਲੈ ਕੇ ਰਾਤ ਤੱਕ ਭੱਜ ਨੱਠ ਕਰਦੇ ਹਨ। ਮਾਇਆ ਦੀ ਖਾਤਰ ਸਭ ਕੁਛ ਹੋ ਰਿਹਾ, ਮਾਇਆ ਦਾ ਮੋਹ ਹੈ ਸਾਰੇ ਤੇ। ਤ੍ਰੈ ਗੁਣ ਦੀਸੈ ਮੋਹੇ ਮਾਇਆ, ਮਾਇਆ ਦੇ ਤਿੰਨ ਗੁਣ ਨੇ, ਰਜੋ ਸਤੋ ਤਮੋ। ਇਸ ਤਰ੍ਹਾਂ ਲੋਕ ਵੀ ਤ੍ਰੈ ਗੁਣੀਏ ਨੇ, ਕੋਈ ਰਜੋ ਗੁਣੀ ਹੈ, ਕੋਈ ਸਤੋ ਗੁਣੀ ਹੈ, ਕੋਈ ਤਮੋ ਗੁਣੀ। ਇਹ ਤਿੰਨਾਂ ਗੁਣਾਂ ਦੇ ਲੋਕ ਜਿਹੜਾ ਵੇਖੋ ਮੋਹੇ ਮਾਇਆ, ਇਹਨਾਂ ਮਾਇਆ ਨੇ ਮੋਹ ਰੱਖਿਆ ਹੈ। ਇਹ ਸਭ ਮਾਇਆ ਦੇ ਮੋਹ 'ਚ ਨੇ। ਹੁਣ ਤਾਂ ਧਾਰਮਿਕ ਬੰਦੇ ਮਾਇਆ ਦੇ ਮੋਹ 'ਚ ਆ ਗਏ ਨੇ। ਉਹ ਮਾਇਆ ਦੀ ਖਾਤਰ ਹੀ ਧਾਰਮਿਕ ਕਰਮ ਕਰਦੇ ਹਨ। ਜੇ ਇੰਡੀਆ ਦੇ ਵਿੱਚ ਧਰਮ ਕਰਮ ਕਰਕੇ ਥੋੜ੍ਹੇ ਪੈਸੇ ਬਣਦੇ, ਫਿਰ ਅਗਲਾ ਫੋਰਨ ਚਲੇ ਜਾਂਦਾ, ਉੱਥੇ ਜ਼ਿਆਦਾ ਪੈਸੇ ਬਣਦੇ। ਉੱਥੇ ਜਾ ਕੇ ਕੀਰਤਨ ਕਰੀਏ, ਉੱਥੇ ਜਾ ਕੇ ਕਥਾ ਕਰੀਏ, ਉੱਥੇ ਜਾ ਕੇ ਦੀਵਾਨ ਲਾਈਏ, ਫਿਰ ਡਾਲਰ ਪਾਉਂਡ ਮਿਲਣਗੇ। ਸਭ ਮਾਇਆ ਨਾਲ ਮੋਹੇ ਗਏ ਹਨ।
ਸਭ ਮਾਇਆ ਦੀ ਖਤ ਸਾਰੀ ਦੁਨੀਆ ਲੱਗੀ ਹੋਈ ਹੈ। ਗੁਰ ਪ੍ਰਸਾਦੀ ਕੋ ਵਿਰਲਾ ਬੂਝੈ, ਚੌਥੇ ਪਦ ਲਿਵ ਲਾਵਣ। ਕਿਸੇ ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਟਾਵੇਂ ਨੂੰ ਸੋਝੀ ਆਉਂਦੀ ਹੈ, ਫਿਰ ਉਹ ਕੀ ਕਰਦਾ? ਚੌਥੇ ਪਦ ਲਿਵ ਲਾਵਣ। ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ। ਉਹ ਬ੍ਰਹਮ ਗਿਆਨ ਦੀ ਅਵਸਥਾ ਚਲੇ ਜਾਂਦਾ ਹੈ। ਫਿਰ ਉਹ ਸਦਾ ਪਰਮਾਤਮਾ ਨੂੰ ਲਿਵ ਲਾ ਕੇ ਰੱਖਦਾ ਹੈ, ਕਿਉਂਕਿ ਉਹਨੂੰ ਸੋਝੀ ਆ ਗਈ। ਉਹ ਵੀ ਕਦੋਂ ਆਈ? ਗੁਰੂ ਦੀ ਕਿਰਪਾ ਨਾਲ। ਕਿ ਤੂੰ ਮਾਇਆ ਕਮਾਉਣ ਨਹੀਂ ਸੰਸਾਰ 'ਚ ਆਇਆ, ਤੂੰ ਨਾਮ ਦੀ ਕਮਾਈ ਕਰਨ ਆਇਆ। ਉਹਨੂੰ ਫਿਰ ਸੋਝੀ, ਫਿਰ ਨਾਮ ਜਪਦਾ ਰਹਿੰਦਾ। ਫਿਰ ਜਿਹੜਾ ਨਾਮ ਜਪਦਾ ਰਹਿੰਦਾ ਪਰਮਾਤਮਾ ਉਹਨੂੰ ਮਾਇਆ ਦੀ ਕਮੀ ਹੀ ਨਹੀਂ ਰਹਿਣ ਦਿੰਦਾ। ਮਨੁੱਖ ਮਾਇਆ ਦੀ ਖਾਤਰ ਨਾਮ ਛੱਡ ਦਿੰਦਾ ਹੈ, ਭਜਨ ਬੰਦਗੀ ਛੱਡ ਦਿੰਦਾ ਹੈ ਵੀ ਮਾਇਆ ਕਮਾਓ। ਉਹਨੂੰ ਗਿਆਨ ਹੀ ਨਹੀਂ ਕਿ ਤੂੰ ਭਜਨ ਬੰਦਗੀ ਕਰ, ਮਾਇਆ ਤੇਰੇ ਮਗਰ ਫਿਰੀ ਜਾਵੇਗੀ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਪਰਮਾਤਮਾ ਨੂੰ ਸਦਾ ਹਿਰਦੇ 'ਚ ਵਸਾ ਕੇ ਰੱਖਦਾ, ਕਦੇ 9 ਨਿਧੀਆਂ 18 ਸਿੱਧੀਆਂ ਉਹਦੇ ਮਗਰ ਲੱਗੀਆਂ ਪੈਂਦੀਆਂ। ਨਾ ਮਾਇਆ ਦੀ ਕਮੀ, ਨਾ ਆਤਮਿਕ ਸ਼ਕਤੀਆਂ ਦੀ ਕਮੀ। ਬੰਦੇ ਕੋਲ 18 ਸ਼ਕਤੀਆਂ, ਇੱਕ ਸ਼ਕਤੀ ਵੀ ਆ ਜਾਏ ਭੁੱਖਾ ਨਹੀਂ ਮਰਦਾ ਹੈ। ਇੱਕ ਸ਼ਕਤੀ, 18 ਸ਼ਕਤੀ, ਇੱਕ ਸ਼ਕਤੀ ਵੀ ਆ ਜਾਏ ਨਾ, ਬੰਦਾ ਭੁੱਖਾ ਨਹੀਂ ਮਰਦਾ। ਇਹ ਨਾਮ ਨੇ ਸ਼ਕਤੀਆਂ ਦੇਣੀਆਂ। ਸੰਤ ਈਸ਼ਰ ਸਿੰਘ ਮਹਾਰਾਜ ਦਾ ਮੈਂ ਜੀਵਨ ਪੜ੍ਹ ਰਿਹਾ, ਕਈ ਸਾਲਾਂ ਦੀ ਗੱਲ। ਉਦੋਂ ਰਾੜਾ ਸਾਹਿਬ ਉਹ ਆਏ ਸਨ। ਇੱਥੇ ਟਿੱਬੇ ਹੀ ਟਿੱਬੇ ਉੱਤੇ ਸਨ, ਰੇਤਲਾ ਇਲਾਕਾ ਸੀ। ਟਿੱਬੇ 'ਤੇ ਉੱਥੇ ਝੌਂਪੜੀਆਂ ਪਾ ਲਈਆਂ ਨੇ ਸੰਤ ਬਾਬਾ ਕਿਸ਼ਨ ਸਿੰਘ ਨੇ ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਨੇ। ਇੱਕ ਦਿਨ ਕਹਿੰਦੇ ਬਈ ਕਿਸ਼ਨ ਸਿੰਘ, ਮਾਇਆ ਬਹੁਤ ਜ਼ੋਰ ਪਾਉਂਦੀ ਹੈ ਮੇਰੇ ਤੋਂ ਸੇਵਾ ਲਓ। ਜਦੋਂ ਨਾ ਸਵੇਰੇ ਸਿਮਰਨ 'ਚ ਬੈਠਣਾ, ਮਾਇਆ ਨੇ ਲక్ష్ਮੀ ਦਾ ਰੂਪ ਧਾਰਨ ਕਰਕੇ, ਲక్ష్ਮੀ ਦੇਵੀ ਨਾ, ਲక్ష్ਮੀ ਦੇਵੀ ਮਾਇਆ ਦੀ ਦੇਵੀ ਹੈ, ਵਿਸ਼ਨੂੰ ਮਹਾਰਾਜ ਦੀ ਘਰ ਵਾਲੀ ਇਹ ਲక్ష్ਮੀ ਹੈ। ਇਹਨੂੰ ਮਾਇਆ ਦੀ ਦੇਵੀ ਕਹਿੰਦੇ। ਤਾਂ ਹੀ ਬਾਣੀ ਹੈ ਨਾ, ਵਿਸ਼ਨੂੰ ਮਹਾਰਾਜ ਨੂੰ ਨਹੀਂ ਪੂਜਦੇ, ਲక్ష్ਮੀ ਨੂੰ ਪੂਜਦੇ ਨੇ। ਲక్ష్ਮੀ ਨਾਰਾਇਣ ਨੂੰ ਨਹੀਂ ਪੂਜਦੇ, ਲక్ష్ਮੀ ਨੂੰ ਪੂਜਦੇ। ਮਾਇਆ ਹੀ ਅੱਗੇ ਹੋ ਗਈ ਹੈ, ਨਾਰਾਇਣ ਤਾਂ ਪਿੱਛੇ ਗਿਆ। ਲక్ష్ਮੀ ਦੀ ਪੂਜਾ ਹੁੰਦੀ ਹੈ। ਦੀਵਾਲੀ ਨੂੰ ਕਰਦੇ ਦਰਵਾਜ਼ੇ ਖੁੱਲ੍ਹੇ ਰੱਖਦੇ ਨੇ ਉਹ, ਵੀ ਲక్ష్ਮੀ ਨੂੰ ਆਉਣ 'ਚ ਕੋਈ ਰੁਕਾਵਟ ਨਾ ਹੋਵੇ, ਵੀ ਆਓ ਜੀ। ਲక్ష్ਮੀ ਦੀ ਪੂਜਾ ਸਾਰੀ ਦੁਨੀਆ 'ਚ। ਇਸ ਲਈ ਕਹਿੰਦੇ ਗੁਰ ਪ੍ਰਸਾਦੀ ਕੋ ਵਿਰਲਾ ਬੂਝੈ, ਚੌਥੇ ਪਦ ਲਿਵ ਲਾਵਣੇ। ਕੋਈ ਵਿਰਲਾ ਢਾਵਾਂ ਹੈ, ਉਹ ਵੀ ਜਿਸ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਹ ਬ੍ਰਹਮ ਗਿਆਨ ਦੀ ਅਵਸਥਾ 'ਤੇ ਪਹੁੰਚਦਾ ਅਤੇ ਹਰ ਵਕਤ ਪਰਮਾਤਮਾ ਨਾਲ ਲਿਵ ਲਾ ਕੇ ਰੱਖਦਾ ਹੈ। ਹੋਂ ਵਾਰੀ ਜੀਓ ਵਾਰੀ, ਮਾਇਆ ਮੋਹ ਸ਼ਬਦ ਜਲਾਵਣੇ। ਨਾਮ ਦੇ ਨਾਲ ਸ਼ਬਦ ਭਾਵ ਨਾਮ ਦੇ ਨਾਲ ਜਿਹੜਾ ਮਾਇਆ ਦੇ ਮੋਹ ਨੂੰ ਸਾੜ ਲੈਂਦਾ ਅੰਦਰੋਂ, ਕਹਿੰਦੇ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ। ਮਾਇਆ ਦਾ ਮੋਹ ਉਂਝ ਨਹੀਂ ਛੱਡਦਾ, ਮਨ ਨੂੰ ਸਮਝਾਉਣ ਨਾਲ ਮਾਇਆ ਵੱਲੋਂ ਨਹੀਂ ਮਨ ਹਟਦਾ। ਇਹ ਤਾਂ ਨਾਮ ਜਪਣਾ ਹੁੰਦਾ। ਨਾਮ ਜਪੀ ਜੋ ਜਪੀ ਜੋ ਜਪੀ ਜੋ ਜਪੀ ਜੋ, ਤਾਂ ਮਾਇਆ ਦਾ ਮੋਹ ਖਤਮ ਹੋ ਜਾਏਗਾ। ਮਾਇਆ ਮੋਹ ਜਲਾਏ, ਸੋ ਹਰ ਸਿਉ ਚਿਤ ਲਾਏ। ਹਰ ਦਰ ਮਹਿਲੀ ਸੋਭਾ ਪਾਵਣੇ। ਜਿਹੜਾ ਮਾਇਆ ਦੇ ਮੋਹ ਨੂੰ ਸਾੜ ਦਿੰਦਾ ਹੈ, ਸੋ ਹਰ ਸਿਉ ਚਿਤ ਲਾਏ। ਉਹਦਾ ਮਨ ਨਾਮ ਨਾਲ ਜੁੜਦਾ ਹੈ। ਮਾਇਆ ਨਿਰਾ ਰੁਪਈਆ ਪੈਸਾ ਨਹੀਂ ਹੈ। ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ, ਤੁਹਾਡਾ ਧਿਆਨ ਕਿੱਧਰ ਜਾ ਰਿਹਾ? ਬਸ ਉਹੀ ਮਾਇਆ। 3 ਪਾਸੇ ਨੂੰ ਧਿਆਨ ਜਾਂਦਾ ਮੈਂ ਦੇਖਿਆ, ਜਾਂ ਕਿਸੇ ਸਰੀਰ ਵੱਲ, ਜਾਂ ਮਾਇਆ ਵੱਲ, ਜਾਂ ਕਿਸੇ ਚੀਜ਼ ਵੱਲ। ਪਾਠ ਕਰਦੇ ਹਾਂ, ਸਿਮਰਨ ਕਰਦੇ ਹਾਂ, ਸਗੋਂ ਬਿਰਤੀ ਜ਼ਿਆਦਾ ਖਿੰਡਦੀ ਹੈ, ਸਗੋਂ ਜ਼ਿਆਦਾ ਖਿੰਡਦੀ ਹੈ।
ਜਿੱਧਰ ਜਿੱਧਰ ਨੂੰ ਖਿਆਲ ਜਾਂਦਾ ਹੈ। ਪਰਮਾਤਮਾ ਤੋਂ ਬਿਨਾਂ ਜੋ ਪਰਮਾਤਮਾ ਨੇ ਬਣਾਇਆ ਇਸ ਨੂੰ ਮਾਇਆ ਕਹਿੰਦੇ ਨੇ। ਧੀ ਪੁੱਤਰ ਵੀ ਮਾਇਆ ਨੇ, ਬਿਲਡਿੰਗਾਂ ਵੀ ਮਾਇਆ ਹਨ। ਪਰਮਾਤਮਾ ਨੇ ਜੋ ਕੁਛ ਬਣਾਇਆ ਹੈ ਉਹ ਮਾਇਆ ਹੈ। ਇਸ ਲਈ ਸਿਮਰਨ ਕਰਦੇ ਹਾਂ, ਜਿੱਧਰ ਨੂੰ ਖਿਆਲ ਜਾ ਰਿਹਾ ਉਹ ਮਾਇਆ ਹੈ। ਉਹ ਮਾਇਆ ਵੱਲ ਖਿਆਲ ਜਾਣ ਕਾਰਨ ਰੱਬ ਵੱਲੋਂ ਖਿਆਲ ਹਟ ਜਾਂਦਾ ਹੈ। ਕਿਉਂਕਿ ਮਾਇਆ 'ਚ ਤਾਕਤ ਹੀ ਬੜੀ ਹੈ, ਉਹ ਰੱਬ ਹੀ ਭੁਲਾਉਂਦੀ ਹੈ। ਜਦ ਤੁਸੀਂ ਰੱਬ ਨੂੰ ਯਾਦ ਕਰਨ ਵਿੱਚ ਮਾਇਆ ਆ ਜਾਂਦੀ ਹੈ, ਜਾਂਦਾ ਕਿੱਥੇ? ਆ ਜਾ ਮੇਰੇ ਵੱਲ ਨੂੰ ਆ ਜਾ। ਕਈ ਵਿਚਾਰੇ ਤਾਂ ਫਿਰ ਪਾਠ ਅਤੇ ਸਿਮਰਨ ਹੀ ਬੰਦ ਕਰਦੇ। ਬਾਬਾ ਜੀ ਮਨ ਤਾਂ ਲੱਗਦਾ ਨਹੀਂ ਹੈ। ਜਦੋਂ ਬਾਣੀ ਪੜ੍ਹਦਾ ਸਿਮਰਨ ਮਨ ਇੱਧਰ ਉੱਧਰ ਨੂੰ ਜਾਂਦਾ, ਸਗੋਂ ਜ਼ਿਆਦਾ ਜਾਂਦਾ ਹੈ। ਮੈਂ ਭਾਈ ਮਨ ਹੈਗਾ ਅਵਾਰਾ। ਜਿਵੇਂ ਅਵਾਰਾ ਕੁੱਤੇ ਨੂੰ ਤੁਸੀਂ ਸੰਗਲੀ ਪਾ ਲਓ ਅਤੇ ਰੱਸੀ ਦੇ ਨਾਲ ਬੰਨ੍ਹ, ਸੰਗਲਾਂ ਬੰਨ੍ਹ ਕਿੱਲੇ ਦੇ, ਉਹ ਜ਼ਿਆਦਾ ਟੱਪਦਾ ਹੈ। ਉਹ ਰੱਸੀ ਤੜਾਉਣ ਨੂੰ ਕਰਦਾ ਹੈ, ਸੰਗਲੀ ਤੜਾਉਣ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਉਹ ਟਿਕਣਾ ਨਹੀਂ ਚਾਹੁੰਦਾ। ਇਸ ਤਰ੍ਹਾਂ ਅਸੀਂ ਮਨ ਨੂੰ ਟਿਕਾਉਣ ਲੱਗਦੇ ਹਾਂ, ਮਨ ਸਗੋਂ ਚੰਚਲ ਹੁੰਦਾ ਹੈ। ਪਰ ਜੇ ਤੁਸੀਂ ਲੱਗੇ ਰਹੋਗੇ, ਲੱਗੇ ਰਹੋਗੇ, ਲੱਗੇ ਰਹੋਗੇ, ਹੌਲੀ 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 ਮਨ ਟਿਕ ਜਾਏਗਾ। ਇਸ ਲਈ ਕਾਹਲੇ ਨਹੀਂ ਪੈਣਾ ਇਸ ਕੰਮ 'ਚ। ਮਾਇਆ ਮੋਹ ਜਲਾਏ ਸੋ ਹਰਿ ਸਿਉ ਚਿਤ ਲਾਏ। ਜਿਹੜਾ ਮਾਇਆ ਦੇ ਮੋਹ ਨੂੰ ਆਪਣੇ ਤੋਂ ਸਾੜ ਲੈਂਦਾ, ਹਰੀ ਦੇ ਨਾਲ ਚਿੱਤ ਲਾ ਲੈਂਦਾ। ਫਿਰ ਕੀ ਹੁੰਦਾ? ਜਦੋਂ ਹਰੀ ਦੇ ਨਾਲ ਚਿੱਤ ਲੱਗਦਾ, ਪਰਮਾਤਮਾ ਦੇ ਨਾਮ ਨਾਲ ਚਿੱਤ ਲੱਗਦਾ ਨਾ, ਹਰ ਦਰ ਮਹਿਲੀ ਸੋਭਾ ਪਾਵਨ। ਉਹਨੂੰ ਹਰੀ ਦੇ ਦਰ 'ਤੇ ਮਹਿਲੀ ਹੁੰਦਾ, ਉਹ ਮਹਿਲ ਜਿਸ ਵਿੱਚ ਪਰਮਾਤਮਾ ਰਹਿੰਦਾ। ਉਹ ਹਰੀ ਦਰ 'ਤੇ ਹਰੀ ਦੇ ਮਹਿਲ ਵਿੱਚ ਸੋਭਾ ਪਾਉਂਦਾ, ਉਹਨੂੰ ਵਡਿਆਈ ਮਿਲਦੀ ਹੈ। ਜਦੋਂ ਪਰਮਾਤਮਾ ਦੇ ਦਰ 'ਤੇ ਜਾਂਦਾ ਨਾ, ਉਹਦੇ ਮਹਿਲ 'ਚ ਜਾਂਦਾ, ਉਹਨੂੰ ਵਡਿਆਈ ਮਿਲਦੀ ਵੀ ਹਾਂ ਭਾਈ ਜਿਸ ਕੰਮ ਤੈਨੂੰ ਭੇਜਿਆ ਸੀ ਤੂੰ ਉਹੀ ਕਰਕੇ ਆਇਆ। ਦਸਵੇਂ ਪਾਤਸ਼ਾਹ ਵੀ ਕਹਿੰਦੇ ਨੇ, ਜਦੋਂ ਨਵੇਂ ਪਾਤਸ਼ਾਹ ਸ਼ਹੀਦ ਹੋਏ ਤਾਂ ਉਹ ਕਹਿੰਦੇ ਹੈ ਸਭ ਜਗ ਕਰੇ, ਜੈ 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 ਸਰਲੋਕ। ਸਾਰਾ ਸੰਸਾਰ ਹਾਏ ਹਾਏ ਕਰ ਰਿਹਾ ਵੀ ਬਹੁਤ ਮਾੜਾ ਹੋਇਆ, ਬਹੁਤ ਮਾੜਾ। ਜਿਹੜੇ ਸੁਰਲੋਕ ਹੈ, ਦੇਵਤੇ ਨੇ, ਉਹ ਜੈ ਜੈਕਾਰ ਕਰ ਰਹੇ ਨੇ ਵੀ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਕੰਮ ਤੁਹਾਨੂੰ ਪਰਮਾਤਮਾ ਨੇ ਭੇਜਿਆ ਸੀ ਤੁਸੀਂ ਉਹੀ ਕੰਮ ਕਰਕੇ ਵਾਪਸ ਆ ਰਹੇ ਹੋ। ਵਡਿਆਈ ਹੁੰਦੀ ਹੈ। ਸਾਨੂੰ ਪਰਮਾਤਮਾ ਨੇ ਇੱਥੇ ਨਾਮ ਜਪਣ ਲਈ ਭੇਜਿਆ ਹੋਇਆ ਹੈ। ਆਹ ਸੰਸਾਰਕ ਕੰਮ ਤੇ ਅਸੀਂ ਇਸ ਲਈ ਕਰਨੇ ਕਿ ਸਾਡਾ ਪਰਿਵਾਰ ਹੈ, ਸਾਡਾ ਸਰੀਰ ਹੈ, ਇਸ ਨੂੰ ਪਾਲਣਾ ਹੈ। ਅਸੀਂ ਮੁੱਖ ਉਦੇਸ਼ ਨਾਮ ਜਪਣਾ ਹੈ। ਪਰ ਅੱਜ ਮਨੁੱਖ ਦਾ ਮੁੱਖ ਉਦੇਸ਼ ਮਾਇਆ ਕਮਾਉਣਾ ਰਹਿ ਗਿਆ, ਨਾਮ ਤੇ ਬਹੁਤ ਪਿੱਛੇ ਰਹਿ ਗਿਆ। ਅੱਗੇ ਕਹਿੰਦੇ, ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸਾਸਤ ਜਿਨ ਉਪਾਇਆ। ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁਖ ਪਾਵਨ। ਦੇਵੀ ਦੇਵਾ ਮੂਲ ਹੈ ਮਾਇਆ। ਦੇਵੀ ਦੇਵਤਿਆਂ ਦਾ ਜਿਹੜਾ ਮੂਲ ਹੈ ਮਾਇਆ ਹੀ ਹੈ। ਇਹਨਾਂ ਨੇ ਸਿਮਰਤੀਆਂ ਵੀ ਲਿਖੀਆਂ, ਇਹਨਾਂ ਨੇ ਸ਼ਾਸਤਰ ਵੀ ਲਿਖੇ, ਪਰ ਮਾਇਆ ਦੇ ਅਧੀਨ ਰਹਿ ਕੇ ਹੀ ਲਿਖੇ। ਜੇ ਮਾਇਆ ਤੋਂ ਉੱਪਰ ਚਲੇ ਜਾਂਦੇ ਤਾਂ ਫਿਰ ਉੱਪਰਲੀ ਸਟੇਜ ਪਰਮਾਤਮਾ ਦੀ ਹੈ, ਫਿਰ ਇਹਨਾਂ ਸੱਚਖੰਡ ਚਲੇ ਜਾਣਾ ਸੀ। ਇਹ ਥੋੜ੍ਹੇ ਨੀਵੇਂ ਰਹਿ ਗਏ। ਮਨੁੱਖ ਨਾਲ ਉੱਪਰ ਟੱਪ ਗਏ, ਮਨੁੱਖ ਤੋਂ ਉੱਪਰ ਟੱਪ ਗਏ, ਪਰਮਾਤਮਾ ਤੋਂ ਨੀਵੇਂ ਰਹਿ ਗਏ। ਇਸ ਲਈ ਦੇਵੀ ਦੇਵਤੇ ਬਣ ਗਏ। ਨਾਮ ਤੇ ਜਪਿਆ ਸੀ, ਪੂਜਾ ਹੋਣੀ ਸ਼ੁਰੂ ਹੋ ਗਈ। ਦੇਵੀ ਦੇਵਤੇ ਦੇਖੋ ਕਰੋੜਾਂ ਲੋਕ ਪੂਜਾ ਕਰਦੇ ਨੇ, ਔਰ ਸਾਰੇ ਦੇਸ਼ਾਂ 'ਚ ਕਰਦੇ ਨੇ। ਇਹ ਨਹੀਂ ਕਿ ਹਿੰਦੁਸਤਾਨ 'ਚ ਹੀ ਕਰਦੇ ਨੇ, ਸਾਰੇ ਦੇਸ਼ਾਂ ਦਾ ਆਪਣਾ ਕੋਈ ਦੇਵੀ, ਆਪਣਾ ਕੋਈ ਦੇਵਤਾ ਹੈ। ਯੂਨਾਨ ਵਿੱਚ ਤਾਂ ਹਰ ਸ਼ਹਿਰ ਦਾ ਇੱਕ ਦੇਵਤਾ ਹੁੰਦਾ ਸੀ। ਯੂਨਾਨ 'ਚ ਕਈ 100 ਸਟੇਟਾਂ ਸਨ, ਹਰ ਕੀ, ਜਿਵੇਂ ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ, ਮਹਾਰਾਜਾ ਜੀਂਦ, ਮਹਾਰਾਜਾ ਸੰਗਰੂਰ, ਇਸ ਤਰ੍ਹਾਂ ਮਹਾਰਾਜਾ ਫਰੀਦਕੋਟ। ਹੁਣ ਉਹ ਇੰਨੇ ਦੇਵਤੇ ਉੱਥੇ। ਸੋ ਇਹ ਮਾਇਆ ਦਾ ਮੂਲ ਹੈ। ਇਹ ਮਾਇਆ ਤੋਂ ਉੱਪਰ ਨਹੀਂ ਟੱਪ ਸਕੇ। ਕਾਮ ਕ੍ਰੋਧ ਪਸਰਿਆ ਸੰਸਾਰੇ, ਸਾਰੇ ਸੰਸਾਰ ਕਾਮ ਅਤੇ ਕ੍ਰੋਧ ਦਾ ਬੋਲਬਾਲਾ ਹੈ।
ਕੋਈ ਕਾਮੀ ਹੈ ਤੇ ਕੋਈ ਕ੍ਰੋਧੀ ਹੈ। ਆਏ ਜਾਏ ਦੁੱਖ ਪਾਵਣ, ਇਸ ਲਈ ਮਨੁੱਖ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਦੁੱਖ ਪਾਉਂਦਾ ਰਹਿੰਦਾ, ਕਿਉਂਕਿ ਇਹਨਾਂ ਦੇ ਅਧੀਨ ਆ ਕੇ ਕਰਮ ਕਰਦਾ ਹੈ। ਕੁਝ ਚੰਗੇ ਹੋ ਗਏ, ਕੁਝ ਮੰਦੇ ਹੋ ਗਏ, ਉਹਨਾਂ ਦਾ ਫਲ ਭੋਗਣ ਲਈ ਆਉਂਦਾ ਜਾਂਦਾ ਰਹਿੰਦਾ। ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰ ਪ੍ਰਸਾਦੀ ਮਨ ਵਸਾਇਆ। ਜਤ ਸਤ ਸੰਜਮ ਸਚ ਕਮਾਵੇ, ਗੁਰ ਪੂਰੈ ਨਾਮ ਧਿਆਵਣੇ। ਤਿਸ ਵਿੱਚ ਗਿਆਨ ਰਤਨ ਇੱਕ ਪਾਇਆ। ਦੇਵੀ ਦੇਵਤਿਆਂ ਜਿਹੜੀ ਸਿਮਰਤੀਆਂ ਦੇ ਸ਼ਾਸਤਰ ਲਿਖੇ ਵਿਦਵਾਨਾਂ ਨੇ, ਉਹਨਾਂ 'ਚ ਪਰਮਾਤਮਾ ਦੇ ਨਾਮ ਦੀ ਵਡਿਆਈ ਵੀ ਲਿਖੀ ਹੋਈ ਹੈ। ਉਹਦੇ 'ਚ ਗਿਆਨ ਰਤਨ ਹੈ। ਜਿਵੇਂ ਰਿਗਵੇਦ ਹੈ, ਉਹਦੇ 1 ਲੱਖ ਸ਼ਲੋਕ ਹੈ, 80,000 ਸ਼ਲੋਕ ਤਾਂ ਕਰਮ ਕਾਂਡ ਹੈ, 20,000 ਸ਼ਲੋਕ ਪਰਮਾਤਮਾ ਦੀ ਮਹਿਮਾ ਦਾ ਹੈ। ਪਰਮਾਤਮਾ ਦੀ ਮਹਿਮਾ ਵਡਿਆਈ ਕੀਤੀ ਗਈ ਹੈ। ਸੋ ਹੁਣ ਜਿਹੜੀ ਮਹਿਮਾ ਕੀ, ਉਧਰ ਨੂੰ ਤਾਂ ਲੋਕ ਜਾਂਦੇ ਨਹੀਂ, ਕਰਮ ਕਾਂਡਾਂ 'ਚ ਪੈ ਰਹਿੰਦੇ ਨੇ। ਸੋਮਵਾਰ ਨੂੰ ਆਹ ਕਰਨਾ ਜੀ, ਮੰਗਲਵਾਰ ਨੂੰ ਆਹ ਕਰਨਾ, ਘਰੋਂ ਬਾਹਰ ਨਿਕਲਣਾ ਸੱਜਾ ਪੈਰ ਬਾਹਰ ਕੱਢਣਾ ਪਹਿਲਾਂ, ਫਲਾਣਾ ਕੋਈ ਨਿਛ ਨਾ ਮਾਰਦੇ, ਮਗਰ ਆਵਾਜ਼ ਨਾ ਮਾਰਦੇ, ਕੋਈ ਫਲਾਣਾ ਨਾ ਹੋ ਜਾਏ। ਇਹਨਾਂ ਚੱਕਰਾਂ 'ਚ ਹੀ ਬੰਦਾ ਪਿਆ ਹੋਇਆ। ਕੋਈ ਗ੍ਰਹਿਆਂ ਦੇ ਕਾਰਨ ਬੰਦੇ ਕੋਲ, ਪੰਡਤਾਂ ਕੋਲ ਭੱਜਿਆ ਫਿਰਦਾ ਹੈ। ਅੱਜ ਦਾ ਸਿੱਖ ਨਾ ਬਾਣੀ ਪੜ੍ਹਦਾ, ਨਾ ਨਾਮ ਜਪਦਾ, ਪੰਡਤਾਂ ਕੋਲ ਜਾਂਦਾ, ਪਹਿਲਾਂ ਪੱਤਰੀ ਬਣਵਾਉਂਦਾ ਹੈ, ਫਿਰ ਉਹ 'ਤੇ ਆ ਜਾਏ ਇਹ ਫਲਾਣਾ ਗ੍ਰਹਿ ਹੈ ਜੀ, ਇਹ ਫਲਾਣਾ ਗ੍ਰਹਿ ਹੈ ਜੀ। ਫਿਰ ਉਹਨਾਂ ਕੋਲ ਜਾਂਦਾ, ਉਹ ਕਹਿੰਦੇ ਅਸੀਂ ਇੰਨੇ 1000 ਰੁਪਏ ਲਾ ਕੇ ਟਾਲ ਦਿੰਦੇ। ਮੰਨ ਲਓ ਉਹ ਕਹਿੰਦੇ ਟਾਲਤਾ ਜੀ ਤੁਹਾਡੇ ਗ੍ਰਹਿ, ਉਸੇ ਪੱਤਰੀ ਲੈ ਕੇ ਦੂਜੇ ਪੰਡਤ ਦੇ ਕੋਲ ਚਲੇ ਜਾਓ, ਉਹ ਕਹਿੰਦੇ ਤੁਹਾਡੇ ਫਲਾਣਾ ਗ੍ਰਹਿ ਹੈ ਜੀ। ਪੱਤਰੀ ਨੇ ਤਾਂ ਬਦਲਣਾ ਨਹੀਂ ਹੈ, ਉਹ ਤਾਂ ਜੋ ਲਿਖਿਆ ਉਹੀ ਲਿਖਿਆ ਹੋਇਆ, ਅਤੇ ਤੁਹਾਨੂੰ ਕੀ ਗਰੰਟੀ ਉਹ ਟਲ ਗਿਆ ਕਿ ਨਹੀਂ ਟਲ ਗਿਆ। ਪੁਰਾਤਨ ਸਿੱਖ ਬਾਣੀ ਪੜ੍ਹਦੇ ਸੀ, ਨਾਮ ਜਪਦੇ ਸੀ, ਇਸ ਲਈ ਉਹਨਾਂ ਦੇ ਕਿਸੇ ਗ੍ਰਹਿ ਦਾ ਕੋਈ ਅਸਰ ਹੀ ਨਹੀਂ ਸੀ ਹੁੰਦਾ। ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ, ਉਹ ਗੁਰੂ ਜਿਹੜਾ ਸੀ ਨਾਮ ਜਪਾ ਕੇ ਸਾਰੇ ਗ੍ਰਹਿ ਹੀ ਖਤਮ ਕਰ ਦਿੰਦਾ ਸੀ। ਇਸ ਲਈ ਬਾਣੀ ਪੜ੍ਹਨ ਨਾਲ ਅਤੇ ਨਾਮ ਜਪਣ ਨਾਲ ਕੋਈ ਗ੍ਰਹਿ ਨਹੀਂ ਰਹਿੰਦਾ, ਭਾਵੇਂ ਪੈਦਾ ਹੁੰਦੇ ਉਸ 'ਤੇ ਗ੍ਰਹਿ ਹੋਣ, ਪਰ ਜਦੋਂ ਬਾਣੀ ਪੜ੍ਹਦੇ ਨਾਮ ਜਪਦੇ ਸਭ ਗ੍ਰਹਿ ਖਤਮ ਹੋ ਜਾਂਦੇ ਨੇ। ਕਿਸੇ ਗ੍ਰਹਿ ਗੁਰੂ ਤੋਂ ਡਰਨ ਦੀ ਲੋੜ ਨਹੀਂ, ਨਾ ਕਿਸੇ ਸ਼ਨੀ ਤੋਂ, ਨਾ ਕਿਸੇ ਮੰਗਲ ਤੋਂ। ਨਾਮ ਜਪਣ ਵਾਲੇ ਦੇ ਸਾਰੇ ਗ੍ਰਹਿ ਆਪਣੇ ਆਪ ਹੀ ਖਤਮ ਹੋ ਜਾਂਦੇ ਹਨ। ਸੋ ਉਹਦੇ ਵਿੱਚ ਗਿਆਨ ਰਤਨ ਪਾਇਆ ਹੋਇਆ ਹੈ। ਗੁਰ ਪ੍ਰਸਾਦੀ ਮਨ ਵਸਾਇਆ, ਗੁਰੂ ਦੀ ਕਿਰਪਾ ਨਾਲ ਕੋਈ ਇਸ ਗਿਆਨ ਰਤਨ ਭਾਵ ਨਾਮ ਨੂੰ, ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਹਟਾਵੇ ਜੇ ਇਸ ਨਾਮ ਨੂੰ ਹਿਰਦੇ 'ਚ ਵਸਾਉਂਦਾ ਹੈ, ਮਨ 'ਚ ਵਸਾਉਂਦਾ ਹੈ। ਜਤ ਸਤ ਸੰਜਮ ਸੱਚ ਕਮਾਵੇ, ਫਿਰ ਜਿਹੜਾ ਨਾਮ ਨੂੰ ਹਿਰਦੇ 'ਚ ਵਸਾ ਲੈਂਦਾ ਹੈ, ਜਤ ਉੱਚਾ ਆਚਰਣ, ਸਤ ਸੱਚ ਅਨੁਸਾਰ ਜੀਵਨ, ਸੰਜਮ ਇੰਦਰੀਆਂ 'ਤੇ ਕੰਟਰੋਲ, ਸੱਚ ਕਮਾਵੇ ਨਾਮ ਦੀ ਕਮਾਈ ਕਰਦਾ ਹੈ। ਗੁਰ ਪੂਰੈ ਨਾਮ ਧਿਆਵਨ, ਪੂਰੇ ਗੁਰੂ ਨੇ ਫਿਰ ਨਾਮ ਦਾ ਜਾਪ ਕਰਦਾ ਹੈ। ਇਹ ਨਾਮ ਦੇ ਵਿੱਚ ਹੀ ਜਤ ਹੈ, ਨਾਮ ਦੇ ਵਿੱਚ ਹੀ ਸਤ ਹੈ, ਨਾਮ ਦੇ ਵਿੱਚ ਹੀ ਸੰਜਮ ਹੈ। ਸਭ ਕੁਝ ਨਾਮ ਦੇ ਵਿੱਚ ਹੀ ਆ ਜਾਂਦਾ ਹੈ। ਜਿਹੜਾ ਨਾਮ ਜਪਦਾ ਰਹਿੰਦਾ, ਸਮਾਂ ਪਾ ਕੇ ਉਹਦਾ ਆਪੇ ਹੀ ਆਚਰਣ ਉੱਚਾ ਹੋ ਜਾਂਦਾ ਹੈ, ਉਹਦਾ ਜੀਵਨ ਸੁਚਿਆਰ ਹੋ ਜਾਂਦਾ ਹੈ, ਉਹਦਾ ਜੀਵਨ ਸੰਜਮੀ ਹੋ ਜਾਂਦਾ ਹੈ। ਉਹ ਨਾ ਫਜ਼ੂਲ ਦਾ ਖਾਂਦਾ ਪੀਂਦਾ, ਨਾ ਇਸ ਤਰ੍ਹਾਂ। ਪੇਈੜੈ ਧਨ ਭਰਮ ਭੁਲਾਣੀ, ਦੂਜੇ ਲਾਗੀ ਫਿਰ ਪਛੋਤਾਣੀ। ਹਲਤ ਪਲਤ ਦੋਵੇਂ ਗਵਾਏ, ਸੁਪਨੇ ਸੁਖ ਨਾ ਪਾਵਨ। ਪੇਈੜੈ ਪੇਕੀ ਨੂੰ ਕਹਿੰਦੇ ਨੇ, ਭਾਵ ਇਸ ਮਨੁੱਖਾ ਜੀਵਨ ਵਿੱਚ ਧਨ ਹੁੰਦੀ ਹੈ ਔਰਤ, ਇਹ ਜੀਵ ਇਸਤਰੀ। ਮਨੁੱਖਾ ਜੀਵਨ 'ਚ ਇਹ ਜੀਵ ਇਸਤਰੀ ਭਰਮਾਂ 'ਚ ਪੈ ਕੇ ਪਰਮਾਤਮਾ ਨੂੰ ਭੁੱਲੀ ਰਹਿੰਦੀ ਹੈ। ਦੂਜੇ ਲਾਗੀ ਫਿਰ ਮਾਇਆ ਨਾਲ ਲੱਗ ਜਾਂਦੀ ਹੈ ਕਿ ਭਰਮ ਹੋ ਗਿਆ ਨਾ, ਮਾਇਆ ਨਾਲ ਜੁੜ ਜਾਂਦੀ ਹੈ, ਫਿਰ ਪਛਤਾਉਣੀ, ਫਿਰ ਮਗਰੋਂ ਪਛਤਾਉਂਦੀ ਹੈ ਵੀ ਉਹ ਜਪਣ ਦਾ ਆਇਆ ਸੀ ਨਾਮ ਅਤੇ ਮਾਇਆ ਜੀ ਲੱਗ ਗਏ।
ਇਹੋ ਜਿਹੇ ਫਿਰ ਹਲਤ ਪਲਤ ਦੋਵੇਂ ਗਵਾਏ, ਲੋਕ ਪਰਲੋਕ ਦੋਨੋਂ ਹੀ ਖਰਾਬ ਹੋ ਜਾਂਦੇ ਨੇ। ਸੁਪਨੇ ਸੁੱਖ ਨਾ ਪਾਵਣ, ਹੁਣ ਤਾਂ ਸੁਪਨੇ 'ਚ ਵੀ ਸੁੱਖ ਨਹੀਂ ਆਉਂਦਾ, ਸੁਪਨੇ ਵੀ ਭੈੜੇ ਭੈੜੇ ਆਉਂਦੇ ਨੇ। ਕਈ ਮੇਰੇ ਕੋਲ ਆ ਜਾਂਦੇ ਨੇ, ਉਹ ਸੁਪਨੇ ਮੇਰੇ 'ਤੇ ਦਬਾਅ ਪੈਂਦਾ ਜੀ। ਸੁਪਨੇ ਦੇ ਵਿੱਚ ਮੈਨੂੰ ਜੀ ਕੋਈ ਦਿਸਦਾ ਹੈ ਜੀ, ਮੈਨੂੰ ਜੀ ਬੜੇ ਭੈੜੇ ਭੈੜੇ ਸੁਪਨੇ ਆਉਂਦੇ ਨੇ ਜੀ। ਜਦੋਂ ਅਸੀਂ ਨਾਮ ਨਹੀਂ ਜਪਣਾ, ਬਾਣੀ ਨਹੀਂ ਪੜ੍ਹਨੀ, ਫਿਰ ਆਹੀ ਕੁਛ ਹੀ ਹੋਊਗਾ। ਸੋ ਇਸ ਲਈ ਇਹ ਪੇਕਾ ਘਰ ਹੈ ਸਾਡਾ। ਹੁਣ ਮਾਤ ਲੋਕ ਇੱਥੇ ਭਰਮਾਂ 'ਚ ਨਹੀਂ ਪੈਣਾ ਹੈ, ਨਹੀਂ ਤਾਂ ਮਗਰੋਂ ਪਛਤਾਉਣਾ ਪਏਗਾ। ਗੁਰੂ ਮਹਾਰਾਜ ਸਾਰੇ ਭਰਮ ਕੱਢਦੇ ਨੇ, ਪਰ ਨਾਮ ਜਪਣਾ, ਬਾਣੀ ਪੜ੍ਹਨੀ ਤੇ ਬਾਣੀ ਪੜ੍ਹੋ, ਨਾਮ ਜਪਣਾ ਤੇ ਨਾਮ ਜਪੋ, ਆਪਣੀ ਕਿਰਤ ਕਰਦੇ ਰਹੋ, ਨਾਮ ਜਪੋ, ਬਾਣੀ ਪੜ੍ਹੋ, ਮੌਜ ਕਰੋ, ਬਸ ਹੋਰ ਕੀ। ਸਤਿਕਾਰਯੋਗ ਸਾਧ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।